ਪ੍ਰੋਪਰਟੀ ਜ਼ੋਨ ਪ੍ਰੋਗਰਾਮ ਦੇ ਵਿੱਚ ਆਪ ਸਭ ਦਰਸ਼ਕਾਂ ਨੂੰ ਮੇਜਰ ਸਿੰਘ ਨਾਗਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪ ਜੀ ਦਾ ਨਿੱਘਾ ਸਵਾਗਤ। ਹਮੇਸ਼ਾ ਦੀ ਤਰ੍ਹਾਂ ਪ੍ਰੋਪਰਟੀ ਜ਼ੋਨ ਦੇ ਵਿੱਚ ਅਸੀਂ ਤੁਹਾਡੇ ਨਾਲ ਰੂਬਰੂ ਕਰਵਾਉਂਦੇ ਹਾਂ ਕਿਸੇ ਅਜਿਹੀ ਸ਼ਖਸੀਅਤ ਨੂੰ ਜੋ ਕਿ ਤੁਹਾਡੇ ਜਿਹੜੇ ਕੰਮਕਾਰ ਨੇ ਜਾਂ ਤੁਹਾਡਾ ਜਿਹੜਾ ਕਿੱਤਾ ਹੈ ਜਾਂ ਤੁਹਾਡੇ ਨਾਲ ਸੰਬੰਧਿਤ ਕੋਈ ਐਸੀ ਗੱਲ, ਚਾਹੇ ਉਹ ਘਰਾਂ ਦੇ ਬਾਬਤ ਹੈ, ਤੁਹਾਡੇ ਪੈਸੇ ਧੇਲੇ ਨਾਲ ਸੰਬੰਧਿਤ ਹੈ, ਇੰਸ਼ੋਰੈਂਸ ਦੇ ਨਾਲ ਸੰਬੰਧਿਤ ਹੈ, ਜਾਂ ਤੁਹਾਡੀ ਓਵਰਆਲ ਜਿਹੜੀ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਦੇ ਬਾਬਤ ਅਸੀਂ ਸਾਡੀ ਸ਼ਖਸੀਅਤ ਦੇ ਨਾਲ ਤੁਹਾਨੂੰ ਮਿਲਾਉਂਦੇ ਹਾਂ। ਅਤੇ ਅੱਜ ਦੀ ਇਸ ਲੜੀ ਦੇ ਦੌਰਾਨ ਮੈਂ ਤੁਹਾਡੇ ਰੂਬਰੂ ਕਰਵਾਉਣ ਜਾ ਰਿਹਾ ਪੰਜਾਬੀ ਭਾਈਚਾਰੇ ਦੇ ਵਿੱਚ ਲੰਬੇ ਸਮੇਂ ਤੋਂ ਫਾਈਨੈਂਸ਼ੀਅਲ ਕੰਸਲਟੈਂਸੀ, ਫਾਈਨਾਂਸ ਦੇ ਨਾਲ, ਪੈਸੇ ਧੇਲੇ ਦੇ ਨਾਲ ਸੰਬੰਧਿਤ ਜਿਹੜੀਆਂ ਜ਼ਰੂਰਤਾਂ ਦੀ ਸਲਾਹ ਮਸ਼ਵਰਾ ਦੇਣ ਦੇ ਲਈ ਇੱਕ ਜਾਣੀ ਪਹਿਚਾਣੀ ਜਿਹੜੀ ਸ਼ਖਸੀਅਤ ਹੈ। ਅਤੇ ਤੁਹਾਨੂੰ ਚਾਹੇ ਇੰਸ਼ੋਰੈਂਸ ਦੇ ਪ੍ਰੋਡਕਟ ਨੇ ਜਾਂ ਉਹ ਜਿਵੇਂ ਕੰਸਲਟੈਂਸੀ ਹੈ ਫਾਈਨਾਂਸ ਦੀ, ਉਹ ਹੈ, ਤਾਂ ਉਹ ਇੱਕ ਸ਼ਖਸੀਅਤ ਜਿਹੜੀ ਕਿ ਅੱਜ ਸਾਡੇ ਸਟੂਡੀਓ ਦੇ ਵਿੱਚ ਸਾਨੂੰ ਖੁਸ਼ੀ ਹੈ ਉਹਨਾਂ ਨੂੰ ਤੁਹਾਡੇ ਰੂਬਰੂ ਕਰਵਾਉਂਦੇ ਹਾਂ, ਰਾਜਪਾਲ ਬਰਾੜ ਜੀ। ਸੋ ਆਓ ਆਪਾਂ ਉਹਨਾਂ ਨੂੰ ਤੁਹਾਡੇ ਰੂਬਰੂ ਕਰਾਉਂਦੇ ਹਾਂ। ਬਰਾੜ ਸਾਹਿਬ, ਪ੍ਰੋਪਰਟੀ ਜ਼ੋਨ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ। ਜੀ ਆਇਆਂ ਨੂੰ ਜੀ। ਬਹੁਤ ਬਹੁਤ ਧੰਨਵਾਦ ਨਾਗਰਾ ਸਾਹਿਬ, ਤੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਜੀ। ਪਿਛਲੇ ਪ੍ਰੋਗਰਾਮਾਂ ਦੇ ਦੌਰਾਨ ਕੋਵਿਡ ਦੀ ਵਜ੍ਹਾ ਕਰਕੇ ਅਸੀਂ ਦੂਰ ਦਰੇਡਿਓਂ ਰਿਮੋਟਲੀ ਅਸੀਂ ਗੱਲਬਾਤ ਜਿਹੜੀ ਕਰਦੇ ਰਹੇ ਹਾਂ। ਸੋ ਸਾਡੇ ਦਰਸ਼ਕਾਂ ਨੇ ਬਹੁਤ ਪ੍ਰੋਗਰਾਮ ਜਿਹੜੇ ਹਨ ਜੀ ਤੁਹਾਡੇ ਸਲਾਹੇ ਨੇ ਔਰ ਬੜਾ ਚੰਗਾ ਸਾਨੂੰ ਜਿਹੜਾ ਫੀਡਬੈਕ ਮਿਲਿਆ। ਸੋ ਅੱਜ ਆਪਾਂ ਇਸ ਪ੍ਰੋਪਰਟੀ ਜ਼ੋਨ ਦੇ ਵਿੱਚ ਕਿਹੜੇ ਐਸੇ ਮੁੱਦੇ ਹਨ ਜਿਨ੍ਹਾਂ ਦੇ ਉੱਤੇ ਅੱਜ ਅਸੀਂ ਗੱਲ ਕਰਨ ਦੇ ਲਈ ਆਏ। ਮੈਨੂੰ ਪਤਾ ਹੈ ਤੁਸੀਂ, ਤੁਹਾਡੇ ਕੋਲ ਭੰਡਾਰ ਹੈ, ਖਜ਼ਾਨਾ ਹੈ ਤੁਹਾਡੇ ਕੋਲ ਬਹੁਤ ਵੱਡਾ। ਸੋ ਮੇਰੇ ਖਿਆਲ 'ਚ ਜਿਹੜਾ ਸਾਡਾ ਵਕਤ ਹੈ ਉਹਦੇ ਵਿੱਚ ਅਸੀਂ ਦੋ ਕੁ ਮੁੱਦਿਆਂ ਨੂੰ ਹੀ ਅੱਜ ਛੋਹ ਸਕਾਂਗੇ। ਸੋ ਕਿਹੜੇ ਮੁੱਦਿਆਂ 'ਤੇ ਤੁਸੀਂ ਗੱਲ ਕਰਨੀ ਚਾਹੋਗੇ ਅਤੇ ਉਹਨਾਂ ਦੇ ਥੋੜ੍ਹੀ ਜਿਹੀ ਜਾਣਕਾਰੀ ਦੱਸ ਦਿਓ ਕਿ ਇਹ ਹੁੰਦੇ ਕੀ ਨੇ, ਜਿਵੇਂ ਤੁਸੀਂ ਦੱਸ ਰਹੇ ਸੀ ਮੈਨੂੰ ਆਫ ਦੀ ਜਿਹੜਾ ਇਹ। ਹਾਂਜੀ ਜੀ, ਬਿਲਕੁਲ ਨਾਗਰਾ ਸਾਹਿਬ, ਜਿਵੇਂ ਅਸੀਂ ਆਪਣੀ ਕਮਿਊਨਿਟੀ ਦੇ ਵਿੱਚ ਤਕਰੀਬਨ 20 ਸਾਲ ਤੋਂ ਸਰਵਿਸ ਦੇ ਰਹੇ ਹਾਂ ਜੀ, ਜਿਹਦੇ ਵਿੱਚ ਕਿ ਲਾਈਫ ਇੰਸ਼ੋਰੈਂਸ, ਲਿਵਿੰਗ ਬੈਨੀਫਿਟਸ, ਜਿਹਦੇ ਵਿੱਚ ਕਿ ਤੁਹਾਡੇ ਚਾਹੇ ਉਹ ਕ੍ਰਿਟੀਕਲ ਇਲਨੈਸ ਹੋ ਜਾਵੇ, ਚਾਹੇ ਤੁਹਾਡੀ ਉਹ ਇਨਕਮ ਰਿਪਲੇਸਮੈਂਟ ਵਾਸਤੇ ਡਿਸੇਬਿਲਿਟੀ ਹੋ ਜਾਵੇ, ਚਾਹੇ ਤੁਹਾਡੀ ਮੌਰਗੇਜ ਦੇ ਉੱਪਰ ਜੋ ਹੈ ਇਨ ਕੇਸ ਤੁਸੀਂ ਸਿੱਕ ਹੋ ਜਾਂਦੇ ਆ, ਇੰਜਰੀ ਕੋਈ ਹੋ ਜਾਂਦੀ ਆ, ਤਾਂ ਕਿ ਤੁਹਾਡੀਆਂ ਜਿਹੜੀਆਂ ਬਕਾਇਦਾ ਕਿਸ਼ਤਾਂ ਉਹ ਰੈਗੂਲਰ ਚੱਲਦੀਆਂ ਰਹਿਣ, ਤੁਹਾਡਾ ਲਾਈਫ ਸਟਾਈਲ ਮੇਨਟੇਨ ਰਵੇ। ਬਿਲਕੁਲ। ਅਤੇ ਉਹਦੇ ਨਾਲ ਨਾਲ ਸਾਨੂੰ ਅੱਜ ਜੋ ਅਸੀਂ ਸਿਚੁਏਸ਼ਨ ਦੇ ਵਿੱਚ ਆਏ ਹਾਂ, ਸਾਡੀ ਜਿਹੜੀ ਕਮਿਊਨਿਟੀ ਆ ਬੜੀ ਇਵੋਲਵ ਹੋ ਗਈ ਆ, ਅਸੀਂ ਇਸਟੈਬਲਿਸ਼ ਹੋ ਗਏ ਹਾਂ, ਪਰ ਅਸੀਂ ਵਰਕਹੋਲਿਕ ਵੀ ਹੋ ਗਏ ਹਾਂ, ਕੰਮ ਜ਼ਿਆਦਾ ਲੱਗ ਪਏ ਹਾਂ। ਅਤੇ ਉਹਦੇ ਨਾਲ ਸਾਨੂੰ ਬਿਮਾਰੀਆਂ ਵੀ ਨਾਲ ਆਉਂਦੀਆਂ। ਉਹਦੇ ਲਈ ਤੁਹਾਡੇ ਲਈ ਮਸਾਜ ਵੀ ਚਾਹੀਦੀ ਆ, ਤੁਹਾਡੇ ਦੰਦਾਂ ਦੇ ਲਈ ਤੁਹਾਨੂੰ ਹੈਲਥ ਡੈਂਟਲ ਪਲਾਨ ਵੀ ਚਾਹੀਦੇ ਨੇ। ਸੋ ਸਾਰੇ ਹੀ ਅਸੀਂ ਜਿਹੜੇ ਹੈਗੀ ਆ ਇਹ ਸਰਵਿਸਿਸ ਆਪਣੀ ਕਮਿਊਨਿਟੀ ਨੂੰ ਮੁਹੱਈਆ ਕਰਦੇ ਹਾਂ ਜੀ। ਬਰਾੜ ਸਾਹਿਬ, ਤੁਸੀਂ ਬੜੀ ਵਧੀਆ ਗੱਲ ਕੀਤੀ ਹੈ ਕਿ ਕੰਮਾਂਕਾਰਾਂ ਨੇ ਜਿਹੜਾ ਜੰਜਾਲ ਹੈ, ਜਾਂ ਜੇ ਕਹਿ ਲਓ ਕਿ ਅਸੀਂ ਇੱਕ ਤੋਂ ਬਾਅਦ ਦੂਜੇ ਤੋਂ ਬਾਅਦ ਤੀਜੇ ਤੋਂ ਬਾਅਦ ਚੌਥੇ ਪੜਾਅ ਵੱਲ ਵੱਧਦੇ ਹਾਂ, ਅਤੇ ਕਿਤੇ ਨਾ ਕਿਤੇ ਜਾ ਕੇ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਜਿਹੜੀ ਅਸੀਂ ਇਹ ਸਾਰਾ ਭੱਜ ਦੌੜ ਕਰ ਰਹੇ ਹਾਂ, ਜਾਂ ਇਹ ਕਹਿ ਲਓ ਕਿ ਜੋ ਅਸੀਂ, ਜੇਕਰ ਆਪਾਂ ਰੀਅਲ ਸਟੇਟ ਦੀ ਮੈਂ ਗੱਲ ਕਰਾਂ, ਜਿਹੜੇ ਅਸੀਂ ਇਹ ਖਰੀਦੋ ਫਰੋਖਤ ਕਰ ਰਹੇ ਹਾਂ, ਚਾਹੇ ਉਹ ਜ਼ਮੀਨਾਂ ਜਾਇਦਾਦਾਂ ਨੇ ਆਪਣੇ ਆਉਣ ਵਾਲੇ ਪੀੜ੍ਹੀਆਂ ਦੇ ਵਾਸਤੇ, ਇਹਨਾਂ ਨੂੰ ਅਸੀਂ ਕੀ ਪਲਾਨ ਕਰਕੇ ਨਹੀਂ ਕਰਦੇ? ਕਿ ਅਸੀਂ ਜੇਕਰ ਖਰੀਦ ਹੀ ਲਿਆ ਤਾਂ ਉਹਦੀ ਕੋਈ ਐਸਟੇਟ ਪਲੈਨਿੰਗ ਜਿਹੜੀ ਹੈ ਉਹ ਵੀ ਸਾਨੂੰ ਕਰਨੀ ਚਾਹੀਦੀ ਹੈ। ਅੱਜ ਮੇਰੇ ਖਿਆਲ 'ਚ ਪਹਿਲਾਂ ਐਸਟੇਟ ਪਲਾਨਿੰਗ ਤੋਂ ਗੱਲ ਸ਼ੁਰੂ ਹੋ ਜਾਵੇ, ਫਿਰ ਆਪਾਂ ਜਿਹੜੇ ਫਾਇਦੇ ਨੇ ਇੰਸ਼ੋਰੈਂਸ ਪ੍ਰੋਡਕਟਸ ਦੇ, ਜਾਂ ਜੀਂਦੇ ਜੀ ਜਿਹੜੇ ਆਪਾਂ ਨੂੰ ਕੁਝ ਫਾਇਦੇ ਹੋਣੇ ਨੇ, ਉਹਨਾਂ ਦੀ ਗੱਲ ਆਪਾਂ ਅਗਲੇ ਪੜਾਅ 'ਚ ਕਰਦੇ ਹਾਂ ਜੀ। ਬਿਲਕੁਲ। ਇਹ ਐਸਟੇਟ ਪਲਾਨਿੰਗ ਕਹਿੰਦੇ ਕਿਹਨੂੰ ਆ ਜੀ? ਜੀ ਬਿਲਕੁਲ। ਕੋਈ ਵੀ ਸਟੇਟ ਤੋਂ ਭਾਵ ਕਿ ਤੁਹਾਡੀ ਜੋ ਜਾਇਦਾਦ ਹੈ ਜੀ ਬਣਾਈ, ਉਹ ਜ਼ਰੂਰੀ ਨਹੀਂ ਵੀ ਸਟੇਟ ਤੋਂ ਵੀ ਇੱਕ ਬਹੁਤ ਵੱਡੀ ਤੁਹਾਡੀ ਜਾਇਦਾਦ ਹੋਵੇ ਤਾਂ ਫਿਰ ਹੀ ਉਹ ਇੱਕ ਜਿਹੜਾ ਹੈਗਾ estate ਪਲੈਨਿੰਗ ਦੀ ਜ਼ਰੂਰਤ ਹੈ। ਤੁਹਾਡੀ estate ਹੀ ਹੈ ਜੀ, ਜੋ ਵੀ ਤੁਸੀਂ ਘਰ ਬਣਾ ਲਿਆ, ਤੁਹਾਡੇ ਜੋ ਬੈਂਕ ਅਕਾਊਂਟਸ ਨੇ, ਤੁਹਾਡੀ RRSP ਹੈ, ਚਾਹੇ ਥੋੜ੍ਹੀ ਹੈ ਚਾਹੇ ਬਾਹਲੀ ਹੈ, ਤੁਹਾਡੇ ਮਿਊਚੁਅਲ ਫੰਡਸ ਨੇ, ਬੈਂਕਸ ਦੇ ਵਿੱਚ ਪੈਸਾ ਪਿਆ, ਉਹਦੇ ਵਿੱਚ ਕੀ ਹੈ ਕਿ ਸਾਨੂੰ estate ਪਲੈਨਿੰਗ ਦੇ ਵਾਸਤੇ ਅਸੀਂ ਮੁਲਕ ਐਸੇ ਦੇ ਵਿੱਚ ਬੈਠੇ ਹਾਂ ਕਿ ਨੇ ਜਾਣੀਏ ਤੁਹਾਨੂੰ ਕੁਝ ਹੋ ਜਾਵੇ, ਤੇ ਜੇ ਤੁਸੀਂ ਪ੍ਰੋਪਰ ਉਹਦੀ ਬੈਨੀਫਿਸ਼ਰੀ ਜਾਂ ਉਹਦਾ ਵਾਰਿਸ ਨਹੀਂ ਚੁਣਿਆ ਹੋਇਆ ਤਾਂ ਉਹ ਤੁਹਾਨੂੰ ਹੋ ਸਕਦਾ ਵੀ ਐਂਡ ਤੇ ਉਹ ਮਹਿੰਗੀ ਚੀਜ਼ ਪੈ ਜਾਵੇ। ਕਿਉਂਕਿ ਕਿਉਂਕਿ ਖਾਸ ਕਰਕੇ ਇਹ ਗੱਲ ਕਰਦੇ ਹਾਂ ਆਪਾਂ ਵਿਲ ਤੇ, ਜਿਹਨੂੰ ਵਸੀਅਤ ਕਹਿੰਦੇ ਆ ਜੀ।
ਉੱਥੋਂ ਹੀ ਮਤਲਬ ਆਪਾਂ ਸਟਾਰਟ ਕਰਦੇ ਹਾਂ ਜੀ ਪਲੀਜ਼। ਕਿ ਬੈਂਕ ਦੇ ਵਿੱਚ ਤੁਹਾਡਾ ਅਕਾਊਂਟ ਹੈ ਫੋਰ ਐਗਜ਼ਾਮਪਲ, ਜੀ ਤੁਹਾਡੇ ਮਿਊਚੁਅਲ ਫੰਡ ਦੇ ਵਿੱਚ ਪੈਸੇ, ਸਟਾਕ ਦੇ ਵਿੱਚ ਪੈਸੇ ਪਾਏ ਆ ਜੀ, ਬਿਲਕੁਲ ਨੇ ਜਾਣੀਏ ਤੁਹਾਨੂੰ ਕੁਝ ਹੋ ਜਾਵੇ। ਅੱਜ ਕੱਲ ਖਾਸ ਕਰਕੇ ਹੋਰ ਚੀਜ਼ ਹੋ ਗਈ ਵੀ ਆਨਲਾਈਨ ਅਕਾਊਂਟਸ ਨੇ, ਉਹਦਾ ਕਿਸੇ ਨੂੰ ਪਾਸਵਰਡ ਨਹੀਂ ਪਤਾ, ਠੀਕ ਹੈ, ਉਹਦੇ ਉੱਪਰ ਕੋਈ ਬੈਨੀਫੀਸ਼ੀਅਰੀ ਅਸਾਈਨ ਨਹੀਂ ਗੀ, ਕਿਉਂਕਿ ਬੈਨੀਫੀਸ਼ੀਅਰੀ ਵੀ ਸਰਟਨ ਜਿਹੜੇ ਪ੍ਰੋਡਕਟਸ ਨੇ ਉਹਨਾਂ ਤੇ ਅਸੀਂ ਕਰ ਸਕਦੇ ਹਾਂ, ਦੂਸਰਿਆਂ ਤੇ ਤੁਹਾਡਾ ਜਿਹੜਾ ਅਗਲਾ ਵਾਰਿਸ ਆ ਉਹਦੇ ਤੇ ਨਹੀਂ ਮੈਂਸ਼ਨ ਹੁੰਦਾ। ਬਿਲਕੁਲ। ਸੋ ਉਹਦੇ ਵਿੱਚ ਕੀ ਸਿਚੁਏਸ਼ਨ ਚ ਕੀ ਹੁੰਦਾ ਵੀ ਨੇ ਜਾਣੀਏ ਇਨਸਾਨ ਉਹ ਗਲਤ ਕੋਈ ਐਸੀ ਗੱਲ ਹੋ ਗਈ ਤਾਂ ਉਸ ਤੋਂ ਬਾਅਦ ਇੱਕ ਤਾਂ ਹੈਗਾ ਵੀ ਉਹਦੇ ਕੋਲੇ ਪਾਸਵਰਡ ਹੈ ਨਹੀਂ, ਉਹਦੀ ਫੈਮਿਲੀ ਦੇ ਕੋਲੇ ਆਥੋਰਾਈਜ਼ੇਸ਼ਨ ਹੈ ਨਹੀਂ, ਬੈਂਕ ਕੋਲੇ ਤੁਸੀਂ ਜਾਓਗੇ ਉਹਨਾਂ ਨੇ ਕਹਿਣਾ ਵੀ ਸਾਨੂੰ ਚਾਹੇ ਉਹਦੀ ਵਿਲ ਦੀ ਕਾਪੀ ਲੈ ਕੇ ਜਾਓ, ਹੂ ਇਜ਼ ਦੀ ਐਗਜ਼ੈਕਟਰ ਔਰ ਦਾ ਟਰਸਟੀ ਕੌਣ ਆ ਉਸ ਤੋਂ ਬਾਅਦ ਜਿਹੜਾ ਉਹਨਾਂ ਦੇ ਬਿਹਾਫ ਤੇ ਡਿਸੀਜਨ ਲੈ ਸਕੇ, ਬਹੁਤ ਅੱਛੇ, ਉਹ ਸਾਡੇ ਕੋਲੇ ਹੈ ਨਹੀਂ। ਉਹਦੇ ਵਿੱਚ ਸਾਨੂੰ ਜਿਹੜੀ ਹੈਗੀ ਆ ਵਿਲ ਬਣਾਉਣੀ ਬੜੀ ਜ਼ਰੂਰੀ ਆ। ਦੇਖੋ ਜੀ, ਵਸੀਅਤ, ਅਸੀਂ ਇਹ ਸ਼ਬਦ ਜਿਹੜਾ ਜੀ ਅਕਸਰ ਅਸੀਂ ਆਪਣੇ ਸੁਣਦੇ ਆਂ ਕਿ ਵਸੀਅਤਨਾਮਾ, ਅਦਾਲਤਾਂ 'ਚ ਜਾ ਕੇ ਕਹਿੰਦੇ ਜੀ ਬਾਪੂ ਨੇ ਆਪਣੇ 4 ਮੁੰਡਿਆਂ 'ਚੋਂ 2 ਦੇ ਨਾਂ ਵਸੀਅਤ ਕਰਤੀ ਜ਼ਮੀਨ, ਬਾਕੀਆਂ ਨੂੰ ਛੱਡਤਾ, ਝਗੜਾ ਪੈ ਗਿਆ। ਸੋ ਵਸੀਅਤ ਉਹ ਚੀਜ਼ ਹੈ, ਵਿਲ ਜਿਹਨੂੰ ਕਿਹਾ ਜਾਂਦਾ ਹੈ, ਜਿਸ ਦੇ ਬਾਰੇ ਅਕਸਰ ਬਹੁਤ ਲੰਬੇ ਸਮੇਂ ਤੋਂ ਸਾਨੂੰ ਵੈਸੇ ਬੜੇ ਸ਼ੁਰੂ ਤੋਂ ਪਤਾ ਹੈ, ਜਿਹੜੇ ਅਸੀਂ ਪੰਜਾਬ ਤੋਂ ਜਾਂ ਭਾਰਤ ਤੋਂ ਆਏ ਹਾਂ, ਲੇਕਿਨ ਅਸੀਂ ਇਹਨਾਂ ਮੁਲਕਾਂ 'ਚ ਇੰਨੇ ਐਡਵਾਂਸ ਮੁਲਕਾਂ ਦੇ ਵਿੱਚ ਆ ਕੇ ਅਸੀਂ ਵਿਲ ਬਣਾਉਣ ਦੇ ਵਿੱਚ ਬੜੀ ਅਨਾਕਾਨੀ, ਬੜੀ ਜਿਹੜੀ ਹੈ ਦੇਰੀ ਵੀ ਲਾ ਦਿੰਦੇ ਹਾਂ, ਅਣਗਹਿਲੀ ਵੀ ਕਰ ਦਿੰਦੇ ਹਾਂ। ਕਮਾਈ ਕਰਨ ਲੱਗਿਆਂ ਸਵੇਰੇ 3 ਵਜੇ ਉੱਠ ਕੇ ਸਾਨੂੰ ਜੇਕਰ ਕੰਮ ਤੇ ਜਾਣਾ ਪੈਂਦਾ, ਅਸੀਂ ਤਿਆਰ ਹਾਂ, ਇੱਕ ਘਰ ਦੇ ਬਜਾਏ ਦੂਜਾ, ਤੀਜਾ, ਚੌਥਾ ਘਰ ਲੈਣ ਨੂੰ ਵੀ ਤਿਆਰ ਹਾਂ, ਅਸੀਂ ਉਹਨਾਂ ਦੇ ਕਿਸ਼ਤਾਂ ਵੀ ਦੇ ਰਹੇ ਹਾਂ, ਪਰ ਜਿਹੜੀ ਵਿਲ ਹੈ ਜਾਂ ਬੈਂਕਾਂ 'ਚ ਅਸੀਂ ਖਾਤੇ ਜਿਹੜੇ ਨੇ ਉਹਨਾਂ ਨੂੰ ਭਰੀ ਜਾਂਦੇ ਹਾਂ, ਉਹ ਵਿਲ ਦਾ ਮਤਲਬ ਕੀ ਹੈ, ਉਹ ਅੱਜ ਬਰਾੜ ਸਾਹਿਬ ਸਾਡੇ ਸਟੂਡੀਓ ਦੇ ਵਿੱਚ ਤੁਹਾਨੂੰ ਸਮਝਾਉਣ ਦੇ ਲਈ ਆਏ ਨੇ। ਜੀ ਬਰਾੜ ਸਾਹਿਬ। ਬਿਲਕੁਲ। ਉਸ ਤੋਂ ਅੱਗੇ ਵੱਧਦੇ ਆ ਵੀ ਜਦੋਂ ਤੁਹਾਡੀ ਵਿਲ ਆ ਉਹ ਇੱਕ ਤਰ੍ਹਾਂ ਦਾ ਤੁਸੀਂ ਉਹਦੇ ਵਿੱਚ ਟਰਸਟੀ ਜਾਂ ਜਿਹੜਾ ਐਗਜ਼ੈਕਟਰ ਅਸਾਈਨ ਕਰਦੇ ਆ ਵੀ ਕੱਲ ਨੂੰ ਤੁਹਾਨੂੰ ਕੁਝ ਹੋ ਗਿਆ, ਉਹ ਤੁਹਾਡੇ ਬਿਹਾਫ ਤੇ ਬੈਂਕ ਦੇ ਨਾਲ ਕੰਟੈਕਟ ਕਰਕੇ ਉਹਨਾਂ ਚੀਜ਼ਾਂ ਨੂੰ ਉਹ ਸਮੂਥਲੀ ਜਿਹੜਾ ਹੈਗਾ ਉਹ ਡਿਸਟ੍ਰੀਬਿਊਟ ਕਰ ਸਕਦਾ, ਟ੍ਰਾਂਜੈਕਸ਼ਨ ਕਰਵਾਦਾ, ਚਾਹੇ ਉਹ ਤੁਹਾਡੀ ਵਾਈਫ ਆ, ਚਾਹੇ ਤੁਸੀਂ ਕੋਈ ਹੋਰ ਕੈਪੇਬਲ ਬੰਦਾ, ਪਰ ਇਹ ਹੋਵੇ ਵੀ ਜਿੱਦਾਂ ਤੁਹਾਡਾ ਐਗਜ਼ੈਕਟਰ ਤੁਸੀਂ ਚੂਜ਼ ਕਰਦੇ ਆ ਜਾਂ ਟਰਸਟੀ ਚੂਜ਼ ਕਰਦੇ ਆ, ਉਹ ਕੈਪੇਬਲ ਹੋਵੇ ਕਿ ਉਹ ਰਿਸਪੌਂਸਿਬਿਲਿਟੀ ਨੂੰ ਸਮਝਣ ਵਾਲਾ ਹੋਵੇ। ਇੱਕ ਤਾਂ ਇਮਾਨਦਾਰੀ ਤਾਂ ਹੈ ਹੀ ਇਹਦੇ ਵਿੱਚ, ਲੋਇਲ ਆ ਪਰਸਨ ਸ਼ੁੱਡ ਬੀ ਦੇਅਰ ਬਿਕੋਜ਼ ਦੇ ਆਰ ਆਲਵੇਜ਼ ਅ ਗ੍ਰੇ ਏਰੀਆ, ਬਟ ਉਹ ਕੈਪੇਬਲ ਵੀ ਓਨਾ ਹੀ ਹੋਣਾ ਚਾਹੀਦਾ ਜੀ, ਜਿਹੜਾ ਕਿ ਤੁਹਾਡੀ ਫੈਮਿਲੀ ਨੂੰ ਅੰਡਰਸਟੈਂਡ ਕਰ ਸਕੇ, ਤੁਹਾਡੇ ਬੱਚੇ ਛੋਟੇ ਨੇ, ਉਹਨਾਂ ਦੀਆਂ ਕੀ ਡਿਮਾਂਡਸ ਨੇ, ਉਹਨਾਂ ਦੀ ਐਜੂਕੇਸ਼ਨ ਪਰਵਰਿਸ਼ ਦੇ ਵਿੱਚ ਕੀ ਆ। ਸੋ ਸਾਰੀਆਂ ਚੀਜ਼ਾਂ ਇਹ ਆ। ਦੂਸਰੀ ਚੀਜ਼ ਇਹ ਹੈਗੀ ਆ ਵੀ ਤੁਸੀਂ ਜੇ ਤੁਹਾਨੂੰ ਚੋਇਸ ਮਿਲੇ ਅੱਜ ਕੀ, ਜੇ ਤੁਹਾਨੂੰ ਕੋਈ ਪ੍ਰੋਡਕਟ ਹੀ ਐਸਾ ਮਿਲ ਜਾਵੇ ਜਿਹਦੇ ਵਿੱਚ ਕੀ ਤੁਹਾਡੇ ਕੋਲ ਇਸ ਵਕਤ ਬੈਨੀਫੀਸ਼ੀਅਰੀ ਅਸਾਈਨ ਹੈ ਨਹੀਂ, ਤੇ ਜੇ ਤੁਹਾਨੂੰ ਪ੍ਰੋਡਕਟ ਹੀ ਐਸਾ ਮਿਲ ਜਾਵੇ ਜਿਹਦੇ ਵਿੱਚ ਤੁਸੀਂ ਇੱਕ ਬੈਨੀਫੀਸ਼ੀਅਰੀ ਅਸਾਈਨ ਕਰਕੇ ਤੇ ਉਹਦੇ ਮੈਂ ਤੁਹਾਨੂੰ ਫਾਇਦਾ ਇਹ ਦੱਸਦਾ ਜੀ, ਕਿਉਂਕਿ ਜਿਹੜੀ ਵਿਲ ਦਾ ਪਾਰਟ ਜਦੋਂ ਹੁੰਦਾ ਨਾ, ਉਹ ਜਦੋਂ ਪ੍ਰੋਬੇਟ ਹੁੰਦੀ ਹੈ ਜੀ ਕੋਰਟ ਦੇ ਵਿੱਚ, ਤੇ ਜਿਹੜੀ ਚੀਜ਼ ਤੁਹਾਡੀ estate ਦੇ ਥਰੂ ਜਾ ਕੇ ਜਦੋਂ ਬੰਦੇ ਦੀ ਡੈਥ ਹੁੰਦੀ ਤਾਂ ਉਹਦੀ ਇੱਕ estate ਬਣਦੀ ਹੈ, ਜਿਹੜਾ ਪਾਰਟ ਤੁਹਾਡੀ estate ਦਾ ਬਣ ਗਿਆ ਜੀ, ਤੇ ਉਹ ਜਾ ਕੇ ਜਿਹੜੀ ਤੁਹਾਡੀ ਵਿਲ ਪ੍ਰੋਬੇਟ ਹੋ ਗਈ ਕੋਰਟ ਦੇ ਵਿੱਚ, ਤੇ ਉਹ ਪਬਲਿਕ ਇੱਕ ਡੋਮੇਨ ਚ ਆ ਜਾਂਦਾ ਜੀ। ਉਹ ਹਰ ਬੰਦੇ ਨੂੰ ਪਤਾ ਵੀ ਆਹ ਕੇਸ ਦੇ ਵਿੱਚ ਆ ਇੰਨਾ ਸੀ ਤੇ ਕਿਹਨੂੰ ਕੋਈ ਜਿਹੜਾ ਤੁਹਾਡਾ ਸਾਰਾ ਹੈ ਨਾ ਸਿਚੁਏਸ਼ਨ ਮਤਲਬ ਖੁੱਲ ਜਾਂਦਾ ਜੀ, ਪ੍ਰਾਈਵੇਸੀ ਤੁਹਾਡੀ ਨਹੀਂ ਰਹਿੰਦੀ। ਸੋ ਅਸੀਂ ਇੱਥੇ ਗਾਈਡ ਇਹ ਕਰਦੇ ਹਾਂ ਕਿ ਤੁਹਾਡੇ ਕੋਲੇ ਕਿਹੜੇ ਟੂਲ ਅਵੇਲੇਬਲ ਨੇ, ਲੀਗਲ ਟੂਲ, ਜਿਹਦੇ ਵਿੱਚ ਕਿ ਤੁਸੀਂ ਇੱਕ ਸਮੂਥ ਜਿਹੜੀ ਟ੍ਰਾਂਜੈਕਸ਼ਨ ਕਰ ਸਕਦੇ ਆ। ਉਹਦੇ ਵਿੱਚ 3 ਅਸੀਂ ਜਿਹੜੇ ਪਿਲਰ ਨੇ ਵੱਡੇ ਮੇਨ ਬੈਨੀਫਿਟ ਨੇ ਜੀ। ਇੱਕ ਤੁਹਾਡੀ ਪ੍ਰਾਈਵੇਸੀ ਹੋਗੀ, ਅਗਰ ਤੁਹਾਡੇ ਅਕਾਊਂਟ ਦੇ ਉੱਤੇ ਇੱਕ ਬੈਨੀਫੀਸ਼ੀਅਰੀ ਅਸਾਈਨ ਕੀਤਾ ਜੀ, ਉਹ ਇੱਕ ਤਾਂ ਟਾਈਮ ਐਫੀਸ਼ੀਐਂਟਲੀ ਜਿਹੜਾ ਤੁਹਾਡਾ ਕਲੇਮ ਹੈ ਉਸ ਤੋਂ ਬਾਅਦ ਉਹ ਉਹਨਾਂ ਨੂੰ ਚਲਿਆ ਗਿਆ, ਠੀਕ ਹੈ ਜੀ। ਇਹਦਾ ਜਿਹੜਾ ਦੂਸਰੇ ਪਾਸੇ ਇਹ ਹੈ ਕਿ ਜੇ ਤੁਹਾਡੇ ਫੋਰ ਐਗਜ਼ਾਮਪਲ ਮਿਊਚੁਅਲ ਫੰਡ ਜਾਂ ਸਟਾਕ ਦੇ ਵਿੱਚ ਪੈਸੇ ਆ, ਹੁਣ ਉਹ ਤੁਸੀਂ ਬੈਨੀਫੀਸ਼ੀਅਰੀ ਤਾਂ ਉੱਥੇ ਅਸਾਈਨ ਹੈ ਨਹੀਂ, ਬੈਂਕ ਅਕਾਊਂਟ ਦੇ ਵਿੱਚ ਹੈ ਨਹੀਂ, ਉਹ ਤੁਸੀਂ ਪੈਸਾ ਇਨਵੈਸਟ ਕੀਤਾ, ਮਾਰਕੀਟ 'ਚ ਵੋਲੇਟਿਲਿਟੀ ਆ ਗਈ, ਕਿਉਂਕਿ ਬੈਂਕ ਨੇ ਉਹਨਾਂ ਚਿਰ ਜਿੰਨਾ ਚਿਰ ਤੁਸੀਂ ਕੋਈ ਵਿਲ ਜਾਂ ਐਗਜ਼ੈਕਟਰ ਟਰਸਟੀ ਉਹਨਾਂ ਨੂੰ ਨਹੀਂ ਦਿੰਦੇ, ਉਹਨਾਂ ਨੇ ਕੋਈ ਐਕਸ਼ਨ ਨਹੀਂ ਲੈਣਾ, ਤੇ ਉਹ ਜੇ ਮਾਰਕੀਟ ਥੱਲੇ ਨੂੰ ਆ ਰਹੀ ਹੈ ਤੇ ਉਹ ਤੁਹਾਡੇ ਜਿਹੜੇ ਪੈਸੇ ਤੁਸੀਂ ਲੂਸ ਵੀ ਕਰ ਸਕਦੇ ਆ। ਤੇ ਇਸ ਚੀਜ਼ ਨੂੰ ਮਹੀਨੇ ਤੇ ਕਈ ਸਾਲ ਵੀ ਲੱਗ ਜਾਂਦੇ ਜਦੋਂ ਨੂੰ ਉਹ ਸਹੀ ਜਿਹੜਾ ਹੈਗਾ ਪੈਸਾ ਅਸਾਈਨ ਹੋਣਾ। ਸੋ ਅਗਰ ਤੁਸੀਂ ਸਾਡੇ ਨਾਲ ਬਹਿੰਦੇ ਹੋ, ਅਸੀਂ ਤੁਹਾਨੂੰ ਆਪਸ਼ਨ ਦਿੰਨੇ ਆ ਵੀ ਜਿਹਦੇ ਵਿੱਚ ਤੁਹਾਡੇ ਜਿਹੜਾ ਪ੍ਰੋਪਰ ਜਿਹੜੇ ਪ੍ਰੋਡਕਟਸ ਨੇ ਜਾਂ ਟੂਲਸ ਨੇ ਜਾਂ ਜਿਹੜੀ ਪਲੈਨਿੰਗ ਐਸੀ ਹੈ ਕਿ ਜਿਹਦੇ ਵਿੱਚ ਤੁਹਾਡੇ ਟਾਈਮ ਐਫੀਸ਼ੀਐਂਟਲੀ ਪੈਸਾ ਮਿਲ ਜਾਂਦਾ, ਉਹ 'ਚ ਕੋਈ ਲਾਸ ਨਹੀਂ ਹੁੰਦਾ, ਪ੍ਰਾਈਵੇਸੀ ਰਹਿ ਗਈ, ਤੇ ਤੀਜੀ ਚੀਜ਼ ਹੈਗੀ ਆ ਵੀ 65% ਆਫ ਦਾ ਪਾਪੂਲੇਸ਼ਨ ਸਮਾਲ ਬਿਜ਼ਨਸ ਅਸੀਂ ਬਿਲੋਂਗ ਕਰਦੇ ਹਾਂ, ਤੁਸੀਂ ਅਸੀਂ ਤੇ ਸਾਡੇ ਸਾਰੇ, ਤੇ ਸਾਨੂੰ ਡਰ ਹੁੰਦਾ ਕ੍ਰੈਡਿਟ ਦਾ
ਬੈਂਕਰਪਸੀ ਦਾ ਕੋਈ ਬਿਜ਼ਨਸ ਆ, ਹੁਣ ਦੇਖੋ ਇਹ ਅਨਪ੍ਰੈਸੀਡੈਂਟਡ ਟਾਈਮ ਦੇ ਵਿੱਚੋਂ ਦੀ ਜਾ ਰਹੇ ਆ, ਤੇ ਉਹ ਤੁਹਾਡੇ ਜਿਹੜੇ ਕ੍ਰੈਡੀਟਰਸ ਤੋਂ ਵੀ ਤੁਹਾਨੂੰ ਉਹ ਬਚਾਅ ਕਰਵਾਉਂਦਾ, ਸੁਰੱਖਿਅਤ ਹੈਗਾ, ਜਿਹੜਾ ਕਿ ਤੁਹਾਡੇ ਆਮ ਜਿਹੜੇ ਅਕਾਊਂਟਸ ਨੇ ਉਹ ਨਹੀਂ ਗੇ। ਸੋ ਇਹ ਚੀਜ਼ਾਂ ਕਰਕੇ ਅਸੀਂ ਜਿਹੜੀ ਇੱਕੋ ਗੱਲ ਆ ਵੀ ਨਾਗਰਾ ਸਾਹਿਬ, ਸਾਡੀ ਜਿਹੜੀ ਵੈਲਿਊ ਹੈ ਨਾ ਜੀ, ਤੁਸੀਂ ਅਕਾਊਂਟੈਂਟ ਦੇ ਨਾਲ ਬਹਿੰਦੇ ਆ, ਤੁਸੀਂ ਲਾਇਰ ਦੇ ਨਾਲ ਬਹਿੰਦੇ ਆ, ਤੁਸੀਂ ਡਾਕਟਰ ਦੇ ਨਾਲ ਬਹਿੰਦੇ ਆ, ਉਹਨੂੰ ਤੁਸੀਂ ਬੜਾ ਰਿਗਾਰਡ ਦਿੰਦੇ ਆ। ਅਸੀਂ ਇੰਨੇ ਕ੍ਰੈਡੈਂਸ਼ੀਅਲ ਲੈ ਕੇ ਵੀ, ਪੜ੍ਹਾਈ ਕਰਕੇ ਵੀ, ਇੱਕ ਅਨਫੋਰਚੂਨੇਟਲੀ ਮੈਂ ਕਹਿੰਦਾ ਇਹ ਗੱਲ ਮੈਂ ਮਤਲਬ ਮੈਂ ਤੁਹਾਨੂੰ ਰੋਕਦਾ ਜੀ, ਐਸੀ ਕੋਈ ਗੱਲ ਨਹੀਂ ਹੈ। ਔਰ ਮੈਂ ਸਮਝਦਾ, ਔਰ ਸਾਡੇ ਜਿਹੜੇ ਦਰਸ਼ਕ ਨੇ, ਸਾਡਾ ਜਿਹੜਾ ਭਾਈਚਾਰਾ ਹੈ, ਮੈਨੂੰ 20-25 ਸਾਲ ਹੋ ਗਏ ਨੇ, ਔਰ ਉਹ ਚੋਂ ਬਹੁਤਾ ਵਕਤ ਜਿਹੜਾ ਮੇਰਾ ਪਬਲਿਕ ਡੀਲਿੰਗ, ਚਾਹੇ ਉਹ ਟੀਵੀ ਰਾਹੀਂ, ਰੇਡੀਓ ਰਾਹੀਂ, ਜਾਂ ਮੇਰੇ ਜਿਹੜਾ ਕਿੱਤਾ ਰੀਅਲ ਸਟੇਟ ਰਾਹੀਂ ਰਿਹਾ, ਤਾਂ ਮੈਂ ਸਮਝਦਾ ਕਿ ਜਿਹੜਾ ਇਨਸਾਨ, ਜਿਵੇਂ ਤੁਹਾਡੇ ਵਰਗਾ ਜਿਹੜਾ ਇਨਸਾਨ ਜਿਹੜਾ ਸਹੀ ਸਲਾਹ ਦਿੰਦਾ ਨਾ ਜੀ, ਉਹਦੀ ਵੈਲਿਊ ਜ਼ਰੂਰ ਕੀਤੀ ਜਾਂਦੀ ਹੈ। ਬਟ ਜਿਹੜਾ ਤੁਹਾਡਾ ਸੀ, ਮੈਂ ਉਹਨੂੰ ਹੁਣ ਦੂਜੇ ਸ਼ਬਦਾਂ 'ਚ ਕਰਦਾ ਕਿ ਇੱਕ ਗਿਲੇ ਦੇ ਰੂਪ ਦੇ ਵਿੱਚ, ਕਿ ਅਸੀਂ, ਮੈਂ ਤੁਹਾਨੂੰ ਆਫ ਦੀ ਏਅਰ ਵੀ ਕਹਿ ਰਿਹਾ ਸੀ ਕਿ ਅਸੀਂ ਰੌਲਾ ਪਾ ਰਹੇ ਹਾਂ ਪਹਿਲੇ ਦਿਨ ਤੋਂ ਕਿ ਆਹ ਲੈ ਲਓ, ਆਹ ਲੈ ਲਓ, ਆਹ ਲੈ ਲਓ, ਹੈ ਨਾ ਜੀ। ਲੇਕਿਨ ਅਸੀਂ ਜਦੋਂ ਦੇਖਦੇ ਹਾਂ ਕਿ ਅੱਛਾ ਆਹ ਤਾਂ ਹੈ ਨਹੀਂ ਸੀ, ਆਹ ਕੰਮ ਹੋ ਗਿਆ, ਤੇ ਆਹ ਨਹੀਂ ਸੀਗੀ। ਫੋਰ ਐਗਜ਼ਾਮਪਲ ਕਹਿੰਦੇ 60 ਹੀ ਵੱਜ ਗਈ ਜੀ, ਹੈ ਨਾ ਜੀ। ਮੈਂ ਆਪਾਂ ਉਸ ਪੋਰਸ਼ਨ ਵੱਲ ਵੀ ਵੈਸੇ ਜਾਣਾ। ਅਸੀਂ ਇਹ ਨਾ ਸੋਚ ਕੇ ਚੱਲੀਏ, ਸਾਡੇ ਭਾਈਚਾਰੇ 'ਚ ਖਾਸ ਤੌਰ ਦੇ ਉੱਤੇ ਕਈ ਵਾਰ ਸਾਨੂੰ ਕੋਈ ਗਲਤ ਫਹਿਮੀਆਂ, ਖੁਸ਼ ਫਹਿਮੀਆਂ ਹੁੰਦੀਆਂ ਨੇ ਕਿ ਸਾਡੇ ਬਾਪੂ ਨੇ ਕਮਾਈ ਕੀਤੀ ਹੈ, ਸਾਡਾ ਬਾਪੂ ਕੰਮ ਕਰ ਰਿਹਾ, ਤੇ ਜਿਹੜੇ ਉਹਦੇ ਖਾਤੇ 'ਚ ਪੈਸੇ ਜਾ ਰਹੇ ਨੇ ਉਹ ਸਾਡੇ ਹੀ ਨੇ। ਨੋ, ਉਹ ਉਦੋਂ ਤੱਕ ਤੁਹਾਡੇ ਨਹੀਂ ਜਦੋਂ ਤੱਕ ਜਿਹੜਾ ਹੈ ਜੀ ਉਹ ਲੀਗਲੀ ਜੇ ਵਿਲ ਬਣੀ ਹੋਈ, ਜਾਂ ਕੋਈ ਤੁਹਾਨੂੰ ਬੈਨੀਫਿਸ਼ਰੀ, ਭਾਵ ਤੁਹਾਨੂੰ ਉਸ ਦਾ ਫਾਇਦਾ ਜਿਹਨੂੰ ਮਿਲਣਾ ਉਹਨੂੰ ਬੈਨੀਫਿਸ਼ਰੀ ਕਿਹਾ ਜਾਂਦਾ ਹੈ। ਕਿਹਨੂੰ ਮਿਲਣਾ ਫਾਇਦਾ? ਜਦੋਂ ਤੱਕ ਉਹਦਾ ਨਾਮ ਉੱਥੇ ਦਰਜ ਨਹੀਂ ਹੈ। ਖਾਸ ਤੌਰ ਤੇ ਬੈਂਕਾਂ ਦੇ ਵਿੱਚ, ਸਟਾਕਸ ਦੀ ਤੁਸੀਂ ਗੱਲ ਕੀਤੀ ਹੈ, ਇਹਨਾਂ ਦੇ ਵਿੱਚ ਕਿਵੇਂ ਨਾਮ ਦਰਜ ਹੋ ਸਕਦਾ ਹੈ ਤੁਹਾਡਾ? ਤੁਹਾਡੇ ਵੱਡੇ ਜਾਂ ਤੁਹਾਡੇ ਜਿਹੜੇ ਕਮਾਉਣ ਵਾਲੇ ਜਿਹੜੇ ਬੰਦੇ ਨੇ, ਉਹਨਾਂ ਦੇ ਕਮਾਈ ਦੇ ਵਿੱਚ ਇਹ ਸਿਰਫ ਜਿਹੜਾ ਹੈ ਜੀ, ਤੁਹਾਨੂੰ ਸਲਾਹ ਮਸ਼ਵਰੇ ਦੇ ਲਈ ਬਰਾੜ ਸਾਹਿਬ ਦੇ ਨਾਲ ਸੰਪਰਕ ਕਰਨਾ ਪਏਗਾ, ਜਾਂ ਤੁਸੀਂ, ਮੈਂ ਕਹਾਂਗਾ, ਆਪਣੇ ਫਾਈਨੈਂਸ਼ੀਅਲ ਐਡਵਾਈਜ਼ਰ ਦੇ ਨਾਲ ਸੰਪਰਕ ਕਰ ਸਕਦੇ ਹੋ। ਅਸੀਂ ਇੱਕ ਜਨਰਲ ਉਹਦੇ ਲਈ ਤੁਹਾਨੂੰ ਇਹ ਜਿਹੜਾ ਟੌਪਿਕ ਲੈ ਕੇ ਅੱਜ ਹਾਜ਼ਰ ਹੋਏ ਹਾਂ। ਪਰ ਜਿਵੇਂ ਕਿਹਾ ਜਾਂਦਾ ਨਾ ਜੀ, ਸਾਹਮਣੇ ਜਦੋਂ ਅਸੀਂ ਬੈਠੇ ਹਾਂ ਤਾਂ ਤੁਹਾਨੂੰ ਨੰਬਰ ਵੀ ਬਰਾੜ ਸਾਹਿਬ ਦੇ ਅਸੀਂ ਸਕਰੀਨ ਦੇ ਉੱਤੇ ਵੀ ਦਿਖਾ ਰਹੇ ਹਾਂ। ਸੋ ਇਹਨਾਂ ਨਾਲ ਇੱਕ ਵਾਰੀ ਫੋਨ ਕਰਕੇ ਤੁਸੀਂ, ਜੇ ਆਲਰੇਡੀ ਕੁਝ ਕਰਵਾਇਆ ਵੀ ਹੋਇਆ ਤੁਹਾਡੇ ਕੋਲ, ਤਾਂ ਉਸ ਨੂੰ ਰਿਵਿਊ ਕਰਨਾ ਬਰਾੜ ਸਾਹਿਬ ਕਿੰਨਾ ਕੁ ਜ਼ਰੂਰੀ ਹੈ? ਜੇ ਵਿਲ ਬਣਾਈ ਹੋਈ ਹੈ, ਲੈਟਸ ਸੇ 20 ਸਾਲ ਪਹਿਲਾਂ ਵਿਲ ਬਣਾਈ ਸੀ ਕਿਸੇ ਨੇ, ਉਸ ਵਕਤ ਉਹਦੀ ਜਿਹੜੀ ਨੈਟ ਵਰਥ ਜਾਂ ਜਿਹੜਾ ਵੀ ਸੀਗਾ ਉਹ $1 ਮਿਲੀਅਨ ਸੀ, ਅੱਜ ਉਹ ਮੰਨ ਲਓ 20 ਮਿਲੀਅਨ ਹੋ ਗਈ ਹੈ, ਤਾਂ ਕੀ ਉਹਨੂੰ ਰਿਵਿਊ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਐਲੋਕੇਸ਼ਨ ਔਰ ਡਿਸਟ੍ਰੀਬਿਊਸ਼ਨ ਆਫ ਜਿਹੜੀ ਐਸੈਟ ਜਾਂ ਡੈਥ ਤੋਂ ਬਾਅਦ ਉਹ ਪ੍ਰੋਪਰ ਹੋ ਸਕੇ? ਉਹਦੇ ਬਾਰੇ ਰਿਵਿਊ ਦਾ ਕਿੰਨਾ ਕੀ ਫਾਇਦਾ ਹੈ? ਨਾਗਰ ਸਾਹਿਬ, ਬਹੁਤ ਜ਼ਰੂਰੀ ਹੈ ਜੀ। ਦੇਖੋ, ਰਿਵਿਊ ਹਰ ਚੀਜ਼ ਦੀ, ਤੁਹਾਨੂੰ ਕੋਈ ਵੀ ਅਸੀਂ ਅੱਜ ਪਲਾਨ ਬਣਾਉਨੇ ਆ, ਸਾਡੀ ਕੱਲ ਨੂੰ ਬੱਚੇ ਹੋ ਗਏ ਆ, ਕਈ ਵਾਰੀ ਕੀ ਆ, ਫੈਮਿਲੀ ਦੇ ਵਿੱਚ ਡਿਸਪਿਊਟ ਹੋ ਜਾਂਦੇ ਆ, ਡਿਵੋਰਸ ਹੋ ਜਾਂਦੇ ਆ, ਤੁਸੀਂ ਅੱਗੇ ਆ, ਤੁਸੀਂ ਵਿਲ ਚੇਂਜ ਨਹੀਂ ਕਰਦੇਗੇ, ਰਾਈਟ? ਜਾਂ ਤੁਹਾਡੀ ਬੈਨੀਫਿਸ਼ਰੀ, ਤੁਹਾਡੀ ਫੋਰ ਐਗਜ਼ਾਮਪਲ ਲਾਈਫ ਇੰਸ਼ੋਰੈਂਸ ਦੇ ਵਿੱਚ ਜਾਂ ਐਨੀ ਪ੍ਰੋਡਕਟਸ ਦੇ ਵਿੱਚ ਤੁਹਾਡੀ ਐਕਸ ਵਾਈਫ ਸੀ ਫੋਰ ਐਗਜ਼ਾਮਪਲ, ਜਾਂ ਐਕਸ ਸਪਾਊਸ ਆਈ ਸ਼ੁੱਡ ਸੇ, ਯੂ ਨੋ, ਟੈਕਨੀਕਲੀ। ਤੋ ਉਹਦੇ ਵਿੱਚ ਤੁਸੀਂ ਜਿਹੜੀ ਵਿਲ ਚੇਂਜ ਕਰਤੀ ਆ, ਫੋਰ ਐਗਜ਼ਾਮਪਲ ਲਾਈਫ ਇੰਸ਼ੋਰੈਂਸ ਦੇ ਉੱਪਰ ਤੁਸੀਂ ਬੈਨੀਫਿਸ਼ਰੀ ਨਹੀਂ ਚੇਂਜ ਕੀਤੀ, ਸੋ beneficiary on that life insurance contract will supersede the will, तो ਉਹ ਉਧਰ ਜਾਏਗਾ, ਰਾਈਟ? ਜਾਂ ਡਿਸਪਿਊਟ ਦਾ ਜਿਹੜਾ ਹੈਗਾ ਉਹ ਉੱਥੇ ਖੜਾ ਹੋ ਜਾਏਗਾ ਜੀ, ਹੈ ਨਾ, ਇਸ਼ੂ। ਤਾਂ ਤੁਹਾਨੂੰ ਰਿਵਿਊ ਕਰਨ ਦਾ ਬਹੁਤ ਹੀ ਹੈਗਾ। ਜਿਵੇਂ ਤੁਸੀਂ ਦੱਸਿਆ, ਐਸੈਟਸ ਅਸੀਂ ਐਡ ਔਨ ਕਰੀ ਜਾਂਦੇ ਆ, ਉਹ ਸਾਨੂੰ ਉਹਦੇ ਮੁਤਾਬਕ ਸਾਨੂੰ ਵਿਲ ਵੀ ਜਿਹੜੀ ਹੈਗੀ ਹੈ ਰਿਵਿਊ ਚੇਂਜ ਕਰਨੀ ਜ਼ਰੂਰੀ। ਬਹੁਤ ਅੱਛੇ। ਸੋ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ, ਔਰ ਅਗਲੇ ਹਿੱਸੇ ਦੇ ਵਿੱਚ ਪ੍ਰੋਗਰਾਮ ਦੇ ਪ੍ਰਾਪਰਟੀ ਜ਼ੋਨ ਦੇ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ ਬਰਾੜ ਸਾਹਿਬ ਦੇ ਨਾਲ ਕੋਈ ਹੋਰ ਲਾਭਕਾਰੀ ਜਾਣਕਾਰੀ। ਹੁਣ ਦਿਓ ਇਜਾਜ਼ਤ। ਪ੍ਰਾਪਰਟੀ ਜ਼ੋਨ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਪਿਛਲੀ ਲੜੀ ਨੂੰ ਅੱਗੇ ਤੋਰਦੇ ਹਾਂ, ਗੱਲਬਾਤ ਦਾ ਸਿਲਸਿਲਾ ਇੱਕ ਵਾਰੀ ਫਿਰ ਜਿਹੜਾ ਜਾਰੀ ਕਰਨ ਲੱਗੇ ਹਾਂ। ਤੁਸੀਂ ਮਿਹਨਤਾਂ ਬਹੁਤ ਕੀਤੀਆਂ ਨੇ, ਵਿਸ਼ਾ ਜਿਹੜਾ ਹੈ ਜੀ ਉਹ ਤੁਹਾਡੀ ਮਿਹਨਤ ਨਾਲ ਕਮਾਈ ਹੋਈ ਦੌਲਤ ਅਤੇ ਜਾਇਦਾਦ ਜਿਹੜੀ ਤੁਸੀਂ ਬਣਾਈ ਹੈ ਉਹਦੇ ਨਾਲ ਸੰਬੰਧਿਤ ਹੈ, ਐਸਟੇਟ ਪਲਾਨਿੰਗ। ਜੀ ਹਾਂ, ਰਾਜਪਾਲ ਬਰਾੜ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ, ਔਰ ਇਹਨਾਂ ਵੱਲੋਂ ਬਹੁਤ ਲੰਬੇ ਸਮੇਂ ਤੋਂ, ਲਗਭਗ 2 ਦਹਾਕਿਆਂ ਤੋਂ ਟੋਰਾਂਟੋ ਅਤੇ ਕੈਨੇਡਾ ਦੇ ਇਸ ਇਲਾਕੇ ਦੇ ਵਿੱਚ ਆਪਣੇ ਭਾਈਚਾਰੇ ਦੀਆਂ ਤੇ ਸਮੁੱਚੇ ਭਾਈਚਾਰੇ ਦੀਆਂ ਜਿਹੜੀਆਂ ਸੇਵਾਵਾਂ ਪ੍ਰਦਾਨ ਇਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ। ਸੋ ਬਰਾੜ ਸਾਹਿਬ, ਇੱਕ ਵਾਰੀ ਫਿਰ ਪ੍ਰਾਪਰਟੀ ਜ਼ੋਨ ਦੇ ਵਿੱਚ ਨਿੱਘਾ ਸਵਾਗਤ ਜੀ ਤੁਹਾਡਾ। ਬਹੁਤ ਬਹੁਤ ਧੰਨਵਾਦ ਨਾਗਰ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਫਿਰ ਤੋਂ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਜੀ। ਐਸਟੇਟ ਪਲਾਨਿੰਗ ਦਾ ਜਿਹੜਾ ਜਿਵੇਂ ਕਹਿੰਦੇ ਨਾ ਜੀ, ਜਿਹੜਾ ਉਹਦਾ ਸਾਰ ਹੈ ਜੀ, ਆਖਰੀ ਜਿਹੜੀ ਬੜੀ ਜ਼ਰੂਰੀ ਗੱਲਬਾਤ ਜੀ ਹੈ ਜੀ, ਉਹਦੇ ਬਾਰੇ ਥੋੜਾ ਦੱਸੋ ਕਿ ਜਦੋਂ ਐਸਟੇਟ ਪਲਾਨਿੰਗ ਹੁੰਦੀ ਹੈ, ਮੈਂ ਜਿਵੇਂ 4 ਮੁੰਡਿਆਂ ਦੀ ਐਗਜ਼ਾਮਪਲ ਦਿੱਤੀ ਸੀ, ਇੱਕ
ਪਿਓ ਦੇ 4 ਬੱਚੇ ਤੇ estate planning ਹੋਈ ਨਹੀਂ ਹੋਈ, ਕਿਸੇ ਨੇ ਉਹ ਲੈ ਲਿਆ, ਕਿਸੇ ਨੇ ਉਹ ਲੈ ਲਿਆ ਤੇ ਉਹ ਕਾਵਾਂ ਰੌਲੀ ਪੈ ਗਈ ਜਿਵੇਂ ਕਹਿੰਦੇ ਹਨ ਜੀ। ਤਾਂ ਇਹ estate planning ਦੇ ਵਿੱਚ ਕਿਵੇਂ ਡਿਸਟ੍ਰੀਬਿਊਸ਼ਨ ਆਫ, ਕਿਉਂਕਿ ਨਾਲ ਦੀ ਨਾਲ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਿੱਥੇ ਅਸੀਂ ਆਪਸ ਦੇ ਵਿੱਚ ਵੰਡ ਵੰਡਈਆ ਕਰਨਾ ਉੱਥੇ ਇੱਕ ਧਿਰ ਹੋਰ ਵੀ ਹੈ, ਉਹ ਧਿਰ ਕਿਹੜੀ ਹੈ, ਉਹਦੇ ਤੋਂ ਕਿਵੇਂ ਤੁਸੀਂ ਆਪਣੇ ਆਪ ਨੂੰ ਬਚਾ ਸਕਦੇ ਹੋ, ਜਾਂ ਕਿਵੇਂ ਪ੍ਰੋਪਰ ਚੈਨਲ ਦੇ ਰਾਹੀਂ ਜਾ ਕੇ ਆ ਜਿਹੜਾ ਵੰਡ ਜਿਹੜੀ ਹੈ ਜੀ ਉਹ ਹੋ ਸਕਦੀ ਹੈ, ਇਹਦੇ ਬਾਰੇ ਪਲੀਜ਼ ਦੱਸੋ ਜੀ। ਬਿਲਕੁਲ ਨਾਗਰ ਸਾਹਿਬ, ਸਟੇਟ ਪਲੈਨਿੰਗ ਤੋਂ ਕੰਟੀਨਿਊ ਕਰਦੇ ਹਾਂ ਵੀ ਸਟੇਟ ਪਲੈਨਿੰਗ ਦੇ ਵਿੱਚ ਇਹ ਆ ਵੀ ਜਿਹੜੇ ਤੁਹਾਡੇ ਸਾਰੇ ਐਸੈਟਸ ਨੇ ਤੁਸੀਂ ਐਕਿਊਮੂਲੇਟ ਕਰਦੇ ਆ, ਕਿਉਂਕਿ ਤੁਹਾਡੀ ਲਾਈਫ ਦੇ ਵਿੱਚ ਫੇਸ ਆ ਜੀ। ਪਹਿਲਾ ਹੈਗਾ ਫੇਸ ਤੁਹਾਡਾ ਐਕਿਊਮੂਲੇਸ਼ਨ ਦਾ, ਤੇ ਫਿਰ ਜਿਹੜਾ ਹੈਗਾ ਰਿਟਾਇਰਮੈਂਟ ਦਾ ਜੀ। ਤੇ ਰਿਟਾਇਰਮੈਂਟ ਦੇ ਵਿੱਚ ਜੋ ਤੁਸੀਂ ਵਾਈਂਡ ਅਪ ਕਰਦੇ ਆ ਸਾਰਾ, ਕਿਉਂਕਿ ਹਰ ਚੀਜ਼ ਦਾ ਸਾਡਾ ਐਗਜ਼ਿਟ ਪੁਆਇੰਟ ਵੀ ਆਉਂਦਾ ਜੀ। ਬਿਲਕੁਲ। ਤੇ ਸਾਨੂੰ ਦੇਖਣਾ ਪੈਣਾ ਵੀ ਜਿਹੜੀ ਵੀ ਤੁਸੀਂ ਇੱਥੇ ਕੋਈ ਪ੍ਰੋਡਕਟ ਆ ਜਾਂ ਕੋਈ ਤੁਹਾਡੀ ਪ੍ਰਾਪਰਟੀ ਆ ਜਿਹਦੀ ਡੈਫਰਡ ਗਰੋਥ ਆ ਰਹੀ ਆ, ਜਿਹਦੇ ਤੇ ਤੁਸੀਂ ਹਰ ਸਾਲ ਜਿਹੜਾ ਹੈਗਾ ਔਨ ਅਕਰੂਡ ਬੇਸਿਸ ਜਾਂ ਐਨੂਅਲ ਬੇਸਿਸ ਤੇ ਟੈਕਸ ਨਹੀਂ ਪੇ ਕਰਦੇ, ਤਾਂ ਕਿਤੇ ਨਾ ਕਿਤੇ ਦਾ ਰੈਵਨਿਊ ਕੈਨੇਡਾ ਨੇ ਇਹ ਜਿਹੜਾ ਹੈਗਾ ਬਿਲਕੁਲ ਆਉਣਾ ਹੀ ਹੈ ਜੀ ਟੈਕਸ ਲੈਣਾ। ਮੈਂ ਸਿੰਪਲ ਐਗਜ਼ਾਮਪਲ ਜੇ ਗਲਤ ਨਾ ਹੋਵਾਂ ਤਾਂ ਦੇ ਸਕਦਾ ਕਿ ਪ੍ਰਾਪਰਟੀ ਤੁਸੀਂ ਲੈਟਸ ਸੇ 5 ਲੱਖ ਦਾ ਘਰ ਲਿਆ ਸੀ, ਓਵਰ ਦਾ ਪੀਰੀਅਡ ਆਫ 20 ਇਅਰਸ ਉਹ 5 ਲੱਖ ਦਾ ਨਹੀਂ ਰਹਿ ਗਿਆ ਜੀ, ਉਹ ਮਤਲਬ ਇੱਕ ਹਾਈਪੋਥੈਟੀਕਲ ਜੀ ਇੱਕ ਵੈਲਿਊ ਲੈ ਲੈਂਦੇ 5 ਮਿਲੀਅਨ ਦਾ ਹੋ ਗਿਆ ਲੈਟਸ ਸੇ 5 ਲੱਖ ਵਰਸਸ 5 ਮਿਲੀਅਨ। ਤਾਂ ਜਿਹੜਾ ਵਿਚਲਾ ਗੈਪ ਹੈ ਜੀ ਉਹ ਅਕਸਰ ਅਸੀਂ ਕਿਹਾ ਜਾਂਦਾ ਕਿ ਉਹ ਜਿਹੜਾ ਉਹਦਾ ਇੱਕ ਪਰਸੈਂਟੇਜ ਹੁੰਦਾ ਹੈ ਜਿਹਦੀ ਡਿਬੇਟੇਬਲ ਹੈ 50% ਆਫ ਦਾ ਜਿਹੜੀ ਇਨਕਰੀਜ਼ ਕੈਪੀਟਲ ਗੇਨ ਹੋਇਆ ਉਹਦੇ ਤੇ ਟੈਕਸ ਦੇਣਾ ਪਏਗਾ। ਸੋ ਉਦਾਂ ਦੀ ਕੁਝ ਗੱਲ ਹੋ ਰਹੀ ਹੈ, ਲੇਕਿਨ ਇਹ ਸਟੇਟ ਪਲਾਨਿੰਗ ਨੂੰ ਮੱਦੇਨਜ਼ਰ ਰੱਖ ਜੀ। ਬਿਲਕੁਲ ਜੀ। ਇੱਕ ਆਪਾਂ ਇੱਥੇ ਐਗਜ਼ਾਮਪਲ ਦੱਸ ਦਿੰਦੇ ਹਾਂ। ਵਨ ਆਫ ਮਾਈ ਕਲਾਇੰਟ ਹੀ 65 ਜੀ, 5 ਸਾਲ ਪਹਿਲਾਂ ਉਹਨਾਂ ਨੇ 2 ਪ੍ਰਾਪਰਟੀਆਂ ਲਈਆਂ ਜੀ, ਅਬਾਊਟ $1 ਮਿਲੀਅਨ ਤੇ ਹਾਂਜੀ। ਤੇ ਉਹਨਾਂ ਨੇ ਉਹ ਕਹਿੰਦੇ ਵੀ ਇਹਦੇ ਵਿੱਚ ਵੀ ਕੀ ਸਿਚੁਏਸ਼ਨ ਆ, ਲਾਈਕ ਇਹਨੂੰ ਹਾਊ ਵੀ ਹੈਵ ਟੂ ਫਿਗਰ ਇਟ ਆਊਟ ਕਿ ਜਿਹੜਾ ਮੇਰੀ ਨੈਕਸਟ ਜਨਰੇਸ਼ਨ ਨੂੰ ਆਬਵੀਅਸਲੀ ਲਾਈਕ ਵੈਨ ਦੇ ਗੋਨਾ ਪਾਸ ਔਨ ਦੈਟ ਥਿੰਗ, ਜਦੋਂ ਹਾਂਜੀ ਨੈਕਸਟ ਜਨਰੇਸ਼ਨ ਨੂੰ ਕਿੰਨਾ ਉਹ ਜਿਹੜਾ ਹੈਗਾ ਨੈਕਸਟ ਜਨਰੇਸ਼ਨ ਨੂੰ ਪਾਸ ਔਨ ਹੋਏਗਾ। ਮੰਨ ਲਓ ਵੀ ਰੀਅਲ ਏਸਟੇਟ ਜਿਹੜੀ ਐਕਸਪੋਨੈਂਸ਼ੀਅਲ ਗਰੋਥ ਹੋਈ ਹੈ ਜੀ ਪਿਛਲੇ 2 ਸਾਲ ਦੇ ਵਿੱਚ, ਪਰ ਐਵਰੇਜ ਜਿਹੜੀ ਆਪਾਂ 7-8% ਦੇ ਨਾਲ ਲਾ ਕੇ ਚੱਲੀਏ ਗਰੋਥ ਹੁੰਦੀ ਹੈ। ਸੋ ਇਹ ਜਿਹੜੀ ਮਤਲਬ ਅਗਲੇ ਜਿਹੜੀ ਇੰਸ਼ੋਰੈਂਸ ਕੰਪਨੀ ਆ ਜੀ ਉਹਦੇ ਬੇਸਿਸ ਦੇ ਉੱਤੇ ਮੈਂ ਗੱਲ ਕਰਦਾ, ਕਿਉਂਕਿ ਉਸੇ ਫੀਲਡ ਨੂੰ ਬਿਲੋਂਗ ਕਰਦੇ ਆ, ਤੇ ਜਿਹੜੇ ਐਕਚੁਅਰੀਜ਼ ਹੁੰਦੇ ਨੇ ਜੀ ਉਹ ਡਿਸਾਈਡ ਕਰਦੇ ਆ ਵੀ ਐਵਰੇਜ ਜਿਹੜੀ ਬੰਦੇ ਦੀ ਏਜ ਆ ਮੇਲ ਦੀ ਫੋਰ ਐਗਜ਼ਾਮਪਲ ਤਾਂ 84 to 85 ਆ, ਫੀਮੇਲ ਇਜ਼ ਫਰੋਮ 86 to 88। ਤਾਂ ਉਹਦੇ ਬੇਸਿਸ ਤੇ ਜਦੋਂ ਅਸੀਂ ਕਲਾਇੰਟ ਦੇ ਨਾਲ ਬਹਿੰਦੇ ਆ, ਅਸੀਂ ਉਹਦੇ ਬੇਸਿਸ ਦੇ ਉੱਤੇ ਪਲੈਨਿੰਗ ਕਰਦੇ ਆ ਵੀ ਦੈਟ ਵਾਟ ਯੂ ਸ਼ੁੱਡ ਅਸਿਊਮ ਕਿ ਇਹ ਤੁਹਾਡਾ ਐਗਜ਼ਿਟ ਪੁਆਇੰਟ ਆ। ਐਗਜ਼ਿਟ ਪੁਆਇੰਟ ਦੇ ਨਾਲ ਅਸੀਂ ਅੱਜ ਜੇ ਇਹਦੀ ਪਲੈਨਿੰਗ ਕਰੀਏ $1 ਮਿਲੀਅਨ ਦੀ, ਤਾਂ ਅਗਲੇ 25 ਸਾਲਾਂ 'ਚ, ਕਿਉਂਕਿ 5 ਸਾਲ ਪਹਿਲਾਂ ਉਹਨਾਂ ਨੇ ਪ੍ਰਾਪਰਟੀ ਲਈ ਸੀ ਤੇ ਅਗਲੇ 20 ਸਾਲ ਉਹਨਾਂ ਦੀ ਏਜ ਹੋ ਗਈ ਜੀ, ਹੁਣ 65 ਆ 85 ਹੋ ਗਈ। ਉਹ ਜਿਹੜੀ ਪ੍ਰਾਪਰਟੀ ਆ ਜੇ 7% ਦੇ ਹਿਸਾਬ ਨਾਲ ਵੀ ਲਾਈਏ ਤਾਂ ਤਕਰੀਬਨ $5.4 ਮਿਲੀਅਨ ਦੇ ਨੇੜੇ ਤੇੜੇ ਚਲਾ ਜਾਂਦਾ। ਬਿਲਕੁਲ ਇਦਾਂ ਹੀ ਹੈ ਜੀ। ਹੁਣ $5.4 ਮਿਲੀਅਨ ਨੂੰ ਜੇ ਅਸੀਂ ਉਹਦੇ ਤੇ ਕੈਪੀਟਲ ਗੇਨ ਲਾਈਏ ਤਾਂ $4.4 ਮਿਲੀਅਨ ਦਾ ਕੈਪੀਟਲ ਗੇਨ ਹੋ ਗਿਆ। ਠੀਕ ਹੈ, $1 ਮਿਲੀਅਨ ਦੀ ਆਲਰੇਡੀ ਉਹਦੀ ACB ਸੀਗੀ ਜਾਂ ਕਹਿ ਲਓ ਵੀ ਉਹ ਨਦਾਵ ਦਾ ਕੈਪੀਟਲ ਸੀਗਾ। ਉਹਦੇ ਉੱਪਰ ਹੁਣ ਤੁਸੀਂ ਜੇ ਕੈਪੀਟਲ ਗੇਨ ਨੂੰ ਲਾਈਏ ਤਾਂ ਅੱਧੇ ਤੇ ਟੈਕਸ ਆ, ਅੱਧੇ ਤੇ ਨਹੀਂ, $2.25 ਮਿਲੀਅਨ। ਤੇ ਉਹਦੇ ਤੇ ਜੇ ਉਹ ਇਨਕਮ ਐਕਸਕਲੂਜਨ ਉਹਨਾਂ ਦੀ ਹੋ ਜਾਣੀ ਆ ਤੇ ਉਹਦੇ ਵਿੱਚ ਉਹਨਾਂ ਨੇ ਆ ਜਾਣਾ ਜੀ 53.54%, ਅੱਧ ਤੋਂ ਜ਼ਿਆਦਾ, ਉਹਦਾ ਵੀ ਅੱਧਾ ਚਲ ਜਾਣਾ ਜੀ। ਸੋ ਤਕਰੀਬਨ ਤੁਹਾਡਾ $1.2 ਮਿਲੀਅਨ ਦੇ ਨੇੜੇ 1.17 ਬਣਦਾ। ਸੋ $1.2 ਮਿਲੀਅਨ ਉਸ ਵੇਲੇ ਤੁਸੀਂ ਟੈਕਸ ਉਹ ਕਰਦੇ ਆ ਰੈਵਨਿਊ ਕੈਨੇਡਾ ਨੂੰ। ਉਸ ਤੋਂ ਬਾਅਦ ਤੁਹਾਡੀ ਜਿਹੜੀ ਪ੍ਰਾਪਰਟੀ ਆ ਉਹ ਨੈਕਸਟ ਜਨਰੇਸ਼ਨ ਨੂੰ ਪਾਸ ਆਨ ਹੋਣੀ ਹੈ। ਦੂਸਰੀ ਚੀਜ਼ ਇਹ ਵੀ ਜਦੋਂ ਕੋਈ ਵੀ ਮਿਸ ਹੈਪਨਿੰਗ ਹੁੰਦੀ ਆ ਤਾਂ ਰੈਵਨਿਊ ਕੈਨੇਡਾ ਵਿਲ ਕੰਸੀਡਰ ਡੀਮ ਟੂ ਬੀ ਐਕਸਪੋਜ਼ਡ, ਕਹਿੰਦੇ ਆ ਜੀ ਉਸੇ ਵੇਲੇ ਜਦੋਂ ਬੰਦੇ ਦੀ ਡੈਥ ਹੁੰਦੀ ਆ, ਸੈਕੰਡ ਸਪਾਊਸ ਦੀ ਡੈਥ ਹੋ ਗਈ, ਮਤਲਬ ਇੱਕ ਤੋਂ ਦੂਸਰੇ ਤੇ ਰੋਲ ਓਵਰ ਹੋ ਗਿਆ, ਸੈਕੰਡ ਸਪਾਊਸ ਦੀ ਜਦੋਂ ਡੈਥ ਹੋਣੀ ਆ ਤਾਂ ਰੈਵਨਿਊ ਕੈਨੇਡਾ ਨੇ ਆਪਦੇ ਆਪ ਸਮਝ ਲੈਣਾ ਵੀ ਇਹ ਤੁਹਾਡੀ ਫੇਅਰ ਮਾਰਕੀਟ ਵੈਲਿਊ ਇਸ ਡੇਟ ਨੂੰ ਕਿੰਨੀ ਸੀ। ਸੋ ਜੇ ਇਹ ਸੀ ਤਾਂ ਤੁਸੀਂ ਜੇ ਇੱਕ $1.2 ਮਿਲੀਅਨ ਤੁਹਾਡਾ ਇਕੱਠਾ ਨਹੀਂ ਕੀਤਾ ਹੋਇਆ ਤਾਂ ਤੁਹਾਡੇ ਬੱਚਿਆਂ ਨੂੰ ਉਹ ਪ੍ਰਾਪਰਟੀ ਫਿਰ ਸੇਲ ਕਰਨੀ ਪਏਗੀ, ਜਿਹੜੀ ਕਿ ਤੁਹਾਡਾ ਮੋਟਿਵ ਨਹੀਂ ਸੀ। ਸੋ ਇਹ ਜੇ ਅਸੀਂ ਅੱਜ ਪਲੈਨਿੰਗ ਇਹਦੀ ਕਰਦੇ ਆ ਤਾਂ ਯੂ ਵਿਲ ਬਾਈ ਅਬਾਊਟ $1.3 ਮਿਲੀਅਨ। ਉਹਨਾਂ ਦੀ ਥੋੜੀ ਹੋਰ ਲਾਇਬਿਲਿਟੀ, ਕਿਉਂਕਿ RRSPs ਵਗੈਰਾ ਸਾਰਾ ਕੁਝ ਐਡ ਕਰਕੇ 1.3 ਮਿਲੀਅਨ ਦਾ ਅਸੀਂ ਇੱਕ ਸਿਨੈਰੀਓ ਕ੍ਰੀਏਟ ਕੀਤਾ, ਜਿਹਦੇ 'ਚ ਕੀ ਉਹ ਤਕਰੀਬਨ 20 ਸਾਲਾਂ ਦੇ ਵਿੱਚ 20 ਸਾਲਾਂ 'ਚ ਅਸੀਂ ਉਹਨਾਂ ਨੂੰ ਇੱਕ 1.35 ਦੀ
13.5 ਲੱਖ ਡਾਲਰ ਦੀ ਪਾਲਿਸੀ ਜਿਹੜੀ ਹੈਗੀ ਆ ਉਹ ਬਣਾ ਕੇ ਦਿੱਤੀ। 20 ਸਾਲ ਉਹਨਾਂ ਨੇ ਪੈਸੇ ਪੇ ਕਰਨੇ ਆ। 20 ਸਾਲਾਂ ਦੇ ਵਿੱਚ ਉਹਨਾਂ ਦੀ 13.5 ਲੱਖ ਦੀ ਕਾਸਟ ਆਈ ਜੀ 6 ਲੱਖ 80 ਆਈ। ਠੀਕ ਹੈ, ਇਟਸ ਅ ਪੈਨੀ ਓਵਰ ਡਾਲਰਸ। ਬਿਲਕੁਲ। ਪਰ ਜੇ ਉਹ 20 ਸਾਲਾਂ ਦੇ ਬਾਅਦ ਇਹ ਪਲੈਨਿੰਗ ਜਿਹੜੀ ਇੰਪਲੀਮੈਂਟ ਹੋਣੀ ਆ ਤਾਂ ਕਿ ਉਹ ਜਿਹੜਾ ਇੰਸ਼ੋਰੈਂਸ ਦਾ ਅਮਾਉਂਟ ਆ ਟੈਕਸ ਫ੍ਰੀ ਜਾਏਗਾ ਬੈਨੀਫੀਸ਼ਰੀਜ਼ ਨੂੰ, ਉਹਦੇ ਨਾਲ ਉਹ ਟੈਕਸ ਪੇ ਕਰਨਗੇ ਤੇ ਜਿਹੜਾ ਤੁਹਾਡੀ ਪ੍ਰਾਪਰਟੀ ਆ ਉਹ ਟੈਕਸ ਫ੍ਰੀ ਇੱਕ ਤਰ੍ਹਾਂ ਦੀ ਟ੍ਰਾਂਸਫਰ ਹੋ ਜਾਏਗੀ। ਤੇ ਜੇ ਤੁਸੀਂ ਉਹ ਮਾਈਂਡ ਵੀ ਚੇਂਜ ਕਰਦੇ ਤੁਹਾਡੀ ਕੈਸ਼ ਵੈਲਿਊ ਵੀ ਉਸ ਪਾਲਿਸੀ ਦੇ ਵਿੱਚ ਤਕਰੀਬਨ 6,48,000 ਡਾਲਰ ਪਈ ਆ ਹਜੇ। ਹਾਂਜੀ। ਸੋ ਯੂ ਗੈਟ 100% ਆਫ ਯੂਰ ਮਨੀ ਇਫ ਯੂ ਚੇਂਜ ਯੂਰ ਮਾਈਂਡ ਕਿ ਜੇ ਮੰਨ ਲਓ ਵੀ ਤੁਹਾਡੀ ਮੰਨ ਲਓ ਲੰਮੀ ਉਮਰ ਹੈਗੀ ਆ ਤਾਂ ਉਸ ਵੇਲੇ ਤੁਸੀਂ 680 ਦਿੱਤਾ ਸੀ, ਪਹਿਲੇ ਦਿਨ ਤੋਂ ਤੁਸੀਂ 1.35 ਜਿਹੜਾ ਹੈਗਾ ਮਿਲੀਅਨ ਦਾ ਤੁਹਾਡੀ ਪ੍ਰੋਟੈਕਸ਼ਨ ਸੀ। ਜੇ ਤੁਸੀਂ 20 ਸਾਲਾਂ ਬਾਅਦ ਮਾਈਂਡ ਵੀ ਚੇਂਜ ਕਰਦੇ ਆਲਮੋਸਟ 100% ਮਨੀ ਇਜ਼ देयर ਤੁਹਾਡੇ ਪਈ ਹੈ ਜੀ। ਜੀ ਬਿਲਕੁਲ, ਬਚਾ ਹੋ ਗਿਆ। ਸੋ ਇਹ ਇੱਕ ਸਿਨੈਰੀਓ ਜਦੋਂ ਤੁਸੀਂ ਬੈਠੋਗੇ, ਕਿਉਂਕਿ ਦੇਖੋ ਐਡਵਾਈਜ਼ਰ ਦੇ ਨਾਲ ਬਹਿਣ ਦਾ ਇਹ ਫਾਇਦਾ ਹੁੰਦਾ ਜੀ, ਤੁਸੀਂ ਅੱਜ ਕਹਿ ਲਓ ਵੀ ਅੱਜ ਜੀ ਸਾਡੀ ਪ੍ਰਾਪਰਟੀ 2.2 ਮਿਲੀਅਨ ਡਾਲਰ ਦੀ ਹੋ ਗਈ, ਪਰ ਕਿਸੇ ਵੇਲੇ ਤੁਸੀਂ ਐਕਸ਼ਨ ਲਿਆ ਸੀ। ਜੇ ਤੁਸੀਂ ਐਕਸ਼ਨ ਨਾ ਲੈਂਦੇ ਤਾਂ ਉਹ ਹੈ ਨਹੀਂ। ਜੇ ਤੁਸੀਂ ਇਹ ਵੀ ਅੱਜ ਤੁਸੀਂ ਕੁਝ ਵੀ ਆ ਹੋ ਸਕਦਾ ਤੁਸੀਂ ਕੈਸ਼ ਹੀ ਆਪਦਾ ਜੋੜ ਰਹੇ ਹੋਵੋ, ਪਰ ਜੇ ਤੁਸੀਂ ਕਿਸੇ ਨਾਲ ਬੈਠੋਗੇ ਤਾਂ ਉਦੋਂ ਪਤਾ ਲੱਗੇਗਾ। ਬਿਲਕੁਲ। ਤੇ ਮੇਨ ਚੀਜ਼ ਆ ਐਕਸ਼ਨ। ਐਕਸ਼ਨ ਜ਼ਰੂਰੀ ਆ, ਬਹੁਤ ਜ਼ਰੂਰੀ ਹੈ। ਸੋ ਐਕਸ਼ਨ ਦੇ ਲਈ ਤਾਂ ਅੱਜਕੱਲ ਅਕਸਰ ਗੱਲ ਇਹ ਕੀਤੀ ਜਾਂਦੀ ਹੈ ਕਿ ਜੇਕਰ ਤੁਸੀਂ ਕਿਸੇ ਆਪਣੇ ਕੋਈ ਜਿਵੇਂ ਕਹਿੰਦੇ ਅੱਜਕੱਲ ਐਕਸ਼ਨ ਲੈਣਾ ਬੜਾ ਸੌਖਾ ਹੈ ਜੀ। ਔਰ ਤੁਹਾਡੀ ਸਕਰੀਨ ਦੇ ਉੱਤੇ ਇਹਨਾਂ ਦਾ ਨੰਬਰ ਜਦੋਂ ਬਰਾੜ ਸਾਹਿਬ ਦਾ ਆਏਗਾ ਤਾਂ ਉਸ ਨੰਬਰ ਦੇ ਉੱਤੇ ਫੋਨ ਕਰਕੇ ਐਕਸ਼ਨ ਲੈ ਸਕਦੇ ਹੋ। ਔਰ ਤੁਸੀਂ ਇੱਕ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਵੀ ਇਹ ਜ਼ਿਕਰ ਕੀਤਾ ਕਿ ਡਾਕਟਰ ਕੋਲ ਅਸੀਂ ਈਵਨ ਆਪਣੀ ਗੱਡੀ ਜਿਹੜੀ ਕਿ ਇੱਕ ਇਮੈਟੀਰੀਅਲ ਇੱਕ ਲੋਹੇ ਦਾ ਬਣਿਆ ਹੋਇਆ ਇੱਕ ਢਾਂਚਾ ਹੈ, ਉਹਦੇ ਲਈ ਅਸੀਂ ਮਕੈਨਿਕ ਲੱਭ ਕੇ ਬੈਸਟ ਆਫ ਦਾ ਬੈਸਟ ਮਕੈਨਿਕ ਜਾਂ ਮਕੈਨਿਕ ਦੇ ਜਾਨ ਖਾ ਜਾਂਦੇ ਕਿ ਮੇਰੀ ਗੱਡੀ ਐਨ ਵਧੀਆ ਰਿਪੇਅਰ ਕਰ ਦੇ। ਅਤੇ ਜਿਹੜੇ ਅਸੀਂ ਆਪਣੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਲਈ ਮਿਹਨਤਾਂ ਕਰਕੇ ਡਾਲਰ ਪੈਸੇ ਕਮਾ ਰਹੇ ਹਾਂ, ਉਹਨਾਂ ਦੀ ਪ੍ਰੋਪਰ ਪਲੈਨਿੰਗ ਜਿਹੜੀ ਕਰਨ ਦੇ ਵਾਸਤੇ ਅਸੀਂ ਕਦੇ ਇਹ ਸੋਚਦੇ ਨਹੀਂ। ਸੋ ਇਹ ਇੱਕ ਜਿਹੜਾ ਗਿਲਾ ਜ਼ਰੂਰ ਮੈਂ ਸਮਝਦਾ ਕਿ ਜਿਹੜਾ ਹੈ ਹੋਣਾ ਚਾਹੀਦਾ ਕਿ ਸਾਨੂੰ ਇਸ ਗੱਲੋਂ ਵੀ ਸਿਆਣੇ ਹੋਣਾ ਪਏਗਾ ਕਿ ਅਸੀਂ ਆਪਣੇ ਕਮਾਏ ਹੋਏ ਮਿਹਨਤ ਨਾਲ ਕਮਾਏ ਹੋਏ, ਭਾਵੇਂ ਤੁਸੀਂ ਮਿਨੀਮਮ ਵੇਜ ਹੀ ਲੈ ਰਹੇ ਹੋ, ਇਹ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਮਿਨੀਮਮ ਵੇਜ 'ਤੇ ਹੋ ਜਾਂ ਤੁਸੀਂ ਹਾਈਲੀ ਪੇਡ ਹੋ। ਤੁਹਾਡੀ ਐਸਟੇਟ ਪਲਾਨਿੰਗ ਤੁਹਾਡੀ ਬਜਟ ਤੁਹਾਡੇ ਪੈਸੇ ਦੇ ਆਮਦਨ ਦੇ ਮੁਤਾਬਕ ਜਾਂ ਤੁਹਾਡੀ ਜਿਹੜੀ ਤੁਹਾਡੀ ਜਾਇਦਾਦ ਆ ਉਹਦੇ ਮੁਤਾਬਕ ਕਰਵਾਉਣੀ ਬਹੁਤ ਜ਼ਰੂਰੀ ਹੈ। ਅੱਜ ਪੈਨੀਆਂ ਲੱਗਦੀਆਂ ਨੇ, ਲੇਕਿਨ ਕੱਲ੍ਹ ਨੂੰ ਜਿਵੇਂ ਬਰਾੜ ਸਾਹਿਬ ਨੇ ਸਮਝਾਇਆ ਤਾਂ ਤੁਹਾਨੂੰ ਲੱਖਾਂ ਜਿਹੜੇ ਡਾਲਰ ਨੇ ਜੀ ਉਹ ਜਿਹੜੇ ਹਨ ਜੀ ਉਹ ਦੇਣੇ ਪੈ ਸਕਦੇ ਹਨ ਜੇਕਰ ਤੁਸੀਂ ਪ੍ਰੋਪਰਲੀ ਨਹੀਂ ਕੀਤਾ। ਬਰਾੜ ਸਾਹਿਬ ਐਸਟੇਟ ਪਲਾਨਿੰਗ ਦੇ ਲਈ ਹੋਰ ਜਾਣਕਾਰੀ ਲਈ ਤੁਹਾਡੇ ਨਾਲ ਸੰਪਰਕ ਕੀਤਾ ਜਾ ਸਕਦਾ। ਸੋ ਮੈਂ ਥੋੜ੍ਹਾ ਜਿਹਾ ਹੁਣ ਟੱਚ ਕਰਨਾ ਚਾਹਾਂਗਾ ਲਿਵਿੰਗ ਬੈਨੀਫਿਟਸ। ਇਹ ਲਿਵਿੰਗ ਬੈਨੀਫਿਟਸ ਕਹਿੰਦੇ ਜੀ ਮਰਨ ਤੋਂ ਬਾਅਦ ਕਿਹਨੇ ਸਵਰਗ ਦੇਖੇ ਵਾਲੀ ਗੱਲ ਹੈ, ਤੇ ਜੀਂਦੇ ਜੀ ਜੇਕਰ ਸਵਰਗ ਦੇਖਣਾ ਹੋਵੇ ਤਾਂ ਇਹਦੇ ਬਾਰੇ ਅਕਸਰ ਇਹ ਕਿਹਾ ਜਾਂਦਾ ਕਿ ਲਿਵਿੰਗ ਬੈਨੀਫਿਟਸ ਹੁੰਦੇ ਨੇ ਜੀ। ਉਹ ਕੀ ਹੁੰਦੇ ਨੇ ਜੀ ਇਹ? ਜੀ ਬਿਲਕੁਲ, ਲਿਵਿੰਗ ਬੈਨੀਫਿਟਸ ਤੇ ਕਈ ਬਿਜ਼ਨਸ ਚੱਲਦੇ ਨੇ ਜੀ ਇੰਸ਼ੋਰੈਂਸ ਕੰਪਨੀ ਦੇ। ਹੁਣ ਇੰਸ਼ੋਰੈਂਸ ਕੰਪਨੀ ਦੀ ਗੱਲ ਕਰ ਲਓ। ਹਾਂਜੀ ਹਾਂਜੀ ਹਾਂਜੀ। ਕਾਰ ਇੰਸ਼ੋਰੈਂਸ ਦੀ ਤੁਸੀਂ ਲਾ ਲਓ ਜੀ, ਜਿੱਥੇ ਫਿਜ਼ੀਓਥੈਰੇਪੀ ਤੇ ਸਾਡਾ ਜਿਹੜਾ ਕੈਰੋਪ੍ਰੈਕਟਰ ਬਿਜ਼ਨਸ ਆ ਉਹ ਆਟੋ ਇੰਸ਼ੋਰੈਂਸ ਦੇ ਉੱਪਰ ਜਦੋਂ ਬੈਨੀਫਿਟਸ ਨੇ ਉਹਦੇ ਉੱਪਰ ਜਾਂਦੇ ਨੇ। ਲੱਖਾਂ ਡਾਲਰ ਜਿਹੜਾ ਬਿੱਲ ਆ ਉਹ ਫਿਜ਼ੀਓਥੈਰੇਪੀ ਜਾਂ ਮਸਾਜ ਥੈਰੇਪਿਸਟ ਜਾਂ ਕੈਰੋਪ੍ਰੈਕਟਰਸ ਦਾ ਬਣਦਾ ਇੰਸ਼ੋਰੈਂਸ ਕਰਕੇ ਆ। ਡੈਂਟਲ ਬਿਜ਼ਨਸ ਤੁਸੀਂ ਲਾ ਲਓ, ਉਹਦੇ ਵਿੱਚ ਤਕਰੀਬਨ ਗਰੁੱਪ ਇੰਸ਼ੋਰੈਂਸ ਜਾਂ ਜਿਹੜੇ ਇੰਡੀਵਿਜੂਅਲ ਹੈਲਥ ਪਲਾਨਸ ਨੇ ਉਹਦੇ ਬੇਸਿਸ ਤੇ ਲੋਕ ਸਰਵਿਸਿਜ਼ ਲੈਂਦੇ ਨੇ, ਕਿਉਂਕਿ ਅਦਰਵਾਈਜ਼ ਇਟਸ ਸੋ ਐਕਸਪੈਂਸਿਵ ਕਿ ਤੁਸੀਂ ਅਫੋਰਡ ਨਹੀਂ ਕਰ ਸਕਦੇ। ਸੋ ਇੰਸ਼ੋਰੈਂਸ ਦਾ ਇੱਕ ਇੰਨਾ ਵਾਈਟਲ ਪਾਰਟ ਆ ਸਾਡੀ ਲਾਈਫ ਦੇ ਵਿੱਚ ਜੇ ਤੁਸੀਂ ਪ੍ਰੋਪਰ ਪਲੈਨਿੰਗ ਕਰਦੇ ਆ, ਬਲਕਿ ਤੁਹਾਡੇ ਲੱਖਾਂ ਡਾਲਰ ਜਿਹੜੇ ਹਜ਼ਾਰਾਂ ਡਾਲਰ ਸੇਵ ਹੁੰਦੇ ਨੇ। ਫੋਰ ਐਗਜ਼ਾਮਪਲ ਕਿ ਲਿਵਿੰਗ ਬੈਨੀਫਿਟ ਦੇ ਵਿੱਚ ਇਹ ਹੈ ਵੀ ਜਿਉਂਦੇ ਜੀ ਸਾਨੂੰ ਜਿਹੜਾ ਬੈਨੀਫਿਟ ਮਿਲੇਗਾ, ਫਾਇਦਾ ਮਿਲਣਾ ਚਾਹੇ ਉਹ ਅਸੀਂ ਘਰੇ ਬਹਿ ਗਏ ਆ ਕੋਈ 60 ਫੇਟ ਵੱਜਣ ਦੇ। ਅੱਜ ਸਾਡੀ ਕਮਿਊਨਿਟੀ ਦੇ ਵਿੱਚ ਦੇਖੋ ਕਿੰਨੀ ਸਿਕਨੈਸ ਆ, ਕਿੰਨਾ ਸਾਡੇ ਤੇ ਸਟ੍ਰੈਸ ਆ। ਸੋ ਜਿਵੇਂ ਜਿਵੇਂ ਅਸੀਂ ਐਸੈਟਸ ਮਟੀਰੀਅਲ ਵਰਲਡ ਦੇ ਵਿੱਚ ਵਿਚਰਦੇ ਆ ਤਾਂ ਸਾਡੇ ਉੱਤੇ ਉਹ ਪ੍ਰੈਸ਼ਰ ਦੇ ਨਾਲ ਸਾਡੇ ਬਿਮਾਰੀਆਂ ਵੀ ਆ ਰਹੀਆਂ, ਸਾਡੇ ਸੱਟਾਂ ਵੀ ਵੱਜ ਰਹੀਆਂ, ਤੇ ਉਹਦੇ ਨਾਲ ਕੀ ਹੈ ਕਿ ਕਈ ਵਾਰੀ ਸਾਡੀ ਬਣੀ ਬਣਾਈ ਖੇਡ ਵੀ ਖਰਾਬ ਹੋ ਜਾਂਦੀ ਆ। ਪਰ ਜੇ ਸਾਡੇ ਕੋਲੇ ਬੈਕਅਪ ਪਲਾਨ ਨਹੀਂ, ਰਿਸਕ ਆ। ਜੇ ਬੈਕਅਪ ਪਲਾਨ ਹੈ ਤਾਂ ਤੁਸੀਂ ਆਪਦਾ ਜਿਹੜਾ ਲਾਈਫ ਸਟਾਈਲ ਆ ਉਹ ਉਵੇਂ ਦੀ ਉਵੇਂ ਜਿਹੜਾ ਮੇਨਟੇਨ ਕਰ ਸਕਦੇ, ਬਲਕਿ ਲੱਖਾਂ ਡਾਲਰ ਦਾ ਜਿਹੜੇ ਐਸੈਟ ਬਣਾਏ ਹੋਏ ਆ ਉਹ ਤੁਸੀਂ ਸੇਵ ਕਰ ਸਕਦੇ ਆ। ਤੇ ਮੇਰਾ ਖਿਆਲ ਆਪਣੇ ਕੋਲੇ ਟਾਈਮ ਅੱਜ ਇੰਨਾ ਕੁ ਹੈਗਾ, ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹਨੂੰ ਹੋਰ ਵੀ ਇਲੈਬੋਰੇਟ ਕਰਾਂਗੇ। ਸੋ ਮੈਂ ਉਹੀ ਤੁਸੀਂ ਬਿਲਕੁਲ ਨਵਜ਼ ਪਹਿਚਾਣ ਲਿਆ। ਸੋ ਅਸੀਂ ਆਪਣੇ ਦਰਸ਼ਕਾਂ ਕੋਲੋਂ ਜਿੱਥੇ ਇਜਾਜ਼ਤ ਲਵਾਂਗੇ ਉੱਥੇ ਮੈਂ ਨੰਬਰ ਬਰਾੜ ਸਾਹਿਬ ਦਾ ਇੱਕ ਵਾਰੀ ਫਿਰ ਤੁਹਾਨੂੰ ਦੱਸਦੇ ਹਾਂ। 416 917 1456 ਹੈ ਇਹਨਾਂ ਦਾ ਨੰਬਰ, ਸਕਰੀਨ ਦੇ ਉੱਤੇ ਦੇਖ ਰਹੇ ਹੋ। ਸੋ ਤੁਸੀਂ ਸੰਪਰਕ ਜਿੱਥੇ ਇਹਨਾਂ ਦੇ ਨਾਲ ਸਲਾਹ ਮਸ਼ਵਰੇ ਲਈ ਕਰਨਾ, ਉੱਥੇ ਇਹਨਾਂ ਦੀਆਂ ਜਿਹੜੀਆਂ ਸਰਵਿਸਿਜ਼ ਨੇ ਫਾਈਨੈਂਸ਼ੀਅਲ ਐਡਵਾਈਜ਼ਰ ਦੇ ਤੌਰ ਦੇ ਉੱਤੇ ਤੁਹਾਡੇ A to Z
A to Z ਹੁੰਦਾ, ਆਪਾਂ ਇੱਥੇ ਅੰਗਰੇਜ਼ੀ 'ਚ ਜੀ ਕਹਿ ਦਿੰਦੇ ਹਾਂ, ਤਾਂ ਉਹ ਸੇਵਾਵਾਂ ਇਹਨਾਂ ਕੋਲੋਂ ਲੈ ਸਕਦੇ ਹੋ। ਸੋ ਬਰਾੜ ਸਾਹਿਬ, ਤੁਹਾਡਾ ਸਟੂਡੀਓ ਦੇ ਵਿੱਚ ਆਉਣ ਲਈ ਔਰ ਪ੍ਰੋਪਰਟੀ ਜ਼ੋਨ ਪ੍ਰੋਗਰਾਮ ਦੇ ਵਿੱਚ ਸਾਡੇ ਦਰਸ਼ਕਾਂ ਦੇ ਨਾਲ ਆਪਣੇ ਵਡਮੁੱਲੇ ਵਿਚਾਰ ਸਾਂਝੇ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਅਗਲੇ ਪ੍ਰੋਗਰਾਮ 'ਚ ਫਿਰ ਮਿਲਦੇ ਹਾਂ ਜੀ ਬੜੀ ਜਲਦੀ। ਤਦ ਤੱਕ ਰੱਬ ਰਾਖਾ।